ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭ ਨਿਵਾਇਆ। ਸਿੱਧ 84 ਮੰਡਲੀ, ਹਰ ਦਰਸ਼ਨ ਪਾਖੰਡ ਜਿਣਾਇਆ। ਪਾਤਾਲਾ ਆਕਾਸ ਲਖ, ਜਿਤੀ ਧਰਤੀ ਜਗਤ ਸਵਾਇਆ। ਜਿਤੀ ਨਵਖੰਡ ਮੇਦਨੀ, ਸਤਿਨਾਮ ਦਾ ਚੱਕਰ ਫਿਰਾਇਆ। ਦੇਵ ਦਾਨੋ ਰਾਖਸ਼ ਦੈਤ ਸਭ, ਚਿਤ ਗੁਪਤ ਸਭ ਚਰਣੀ ਲਾਇਆ। ਇੰਦਰਾਸਣ ਅਪਸ਼ਰਾ, ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰੂ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ। ਮੈਂ ਮੂਰਖ ਕੇ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਹਰ ਕੰਪੈ ਜੀਅੜਾ, ਆਨ ਵਿਹੂਣਾ ਹੋਏ। ਆਨ ਮਾਨ ਸੱਚ ਏਕ ਹੈ, ਕਾਜ ਨਾ ਪੀਛੈ ਕੋਏ। ਹਰ ਹਰ ਕੰਪੈ ਜੀਅੜਾ, ਆਨ ਵਿਹੂਣਾ ਹੋਏ। ਆਨ ਮਾਨ ਸੱਚ ਏਕ ਹੈ, ਕਾਜ ਨਾ ਪੀਛੈ ਕੋਏ। ਤੇਰ ਨਾਰਾਇਣ ਤੇਰ ਗੁਰੂ, ਤੇਰ ਸਾਚਾ ਵਿਚਾਰ। ਸੁਰ ਨਰ ਨਾਥ ਹੈ ਨਾਥ ਤੂੰ, ਨਿਧਾਰਾ ਆਧਾਰ। ਸਰਬੇ ਤਾਨਕ ਅਨੰਤਰੀ, ਤੂੰ ਦਾਤਾ ਦਾਤਾਰ। ਜਹਾਂ ਦੇਖਾ ਤਹ ਏਕ ਤੂੰ, ਅੰਤ ਨਾ ਪਾਰਾਵਾਰ। ਆਨੰਤ ਅਨੰਤਰ ਰਵ ਰਹਿਆ, ਗੁਰ ਸੰਪਤੀ ਵਿਚਾਰ। ਅਣ ਮੰਗਿਆ ਨਾਮ ਦੇਵ ਸੀ, ਵੱਡਾ ਅਗਮਿ ਅਪਾਰ। ਆਨੰਦ ਅਨੰਤਰ ਰਵ ਰਹਿਆ, ਗੁਰ ਸਬਦੀ ਵਿਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਪਤਿਤ ਪਾਵਨ ਭਗਤ ਵਸ਼ਲ, ਦੀਨ ਦਇਆਲ ਮਿਹਰਬਾਨ ਅੰਤਰਜਾਮੀ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਤਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਹੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਪਾਰ ਬ੍ਰਹਮ ਗੋਆ ਸਹਾਈ, ਕਥਾ ਕੀਰਤਨ ਸੁਖਦਾਈ। ਹਰ ਇੱਕ ਜੀਵ ਸੁਖ ਭਾਲਦਾ ਹੈ, ਸੁਖ ਚਾਹੁੰਦਾ ਹੈ, ਸੁਖ ਮੰਗਦਾ ਹੈ, ਸੁਖ ਦੀ ਆਸ ਰੱਖਦਾ ਹੈ। ਗਰੀਬ ਨਵਾਜ ਸਾਹਿਬ ਜੀ ਨੇ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦੀ ਕਥਾ, ਇਹ ਸੁਖ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਮਹਾਰਾਜ ਕਹਿੰਦੇ ਕਥਾ ਵੀ ਸੁਖ ਦੇਣ ਵਾਲੀ ਹੈ, ਕੀਰਤਨ ਵੀ ਸੁਖ ਦੇਣ ਵਾਲਾ, ਆਤਮਿਕ ਸੁਖ ਦੇਣ ਵਾਲਾ। ਇੱਕ ਸੁਖ ਜਿਸ ਨੂੰ ਮਨੁੱਖ ਨੇ ਮੰਨਿਆ ਹੋਇਆ ਹੈ, ਸਰੀਰਕ ਸੁਖ, ਇਹ ਮੈਨੂੰ ਪਦਾਰਥਾਂ ਦੇ ਵਿੱਚੋਂ ਪ੍ਰਾਪਤ ਹੋਵੇਗਾ। ਪਰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਕਿ ਨਹੀਂ, ਸੁਖ ਨਾਹੀ ਬਹੁਤ ਹੈ ਧਨ ਘੱਟ ਹੈ। ਬਹੁਤੇ ਧਨ ਨੂੰ ਪ੍ਰਾਪਤ ਕਰਨ ਦੇ ਨਾਲ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁਖ ਨਾਹੀ ਬਹੁਤ ਹੈ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਨਾਚ ਵੇਖ ਕੇ, ਨਾਟਕ ਵੇਖ ਕਰਕੇ ਵੀ ਮਨੁੱਖ ਸੁਖੀ ਹੋਣਾ ਚਾਹੁੰਦਾ ਹੈ, ਪਰ ਸਤਿਗੁਰੂ ਕਹਿੰਦੇ ਕਿ ਇਸ ਤਰ੍ਹਾਂ ਵੀ ਸੁਖ ਨਹੀਂ ਪ੍ਰਾਪਤ ਹੁੰਦਾ। ਜਿਸ ਨੂੰ ਮਨੁੱਖ ਨੇ ਸੁਖ ਮੰਨਿਆ ਹੋਇਆ, ਮਹਾਰਾਜ ਕਹਿੰਦੇ ਉਹ ਸੁਖ ਹੈ ਹੀ ਨਹੀਂ। ਉਹਦੇ ਪਿੱਛੇ ਦੁੱਖ ਹੈ, ਉਹਦੇ ਪਿੱਛੇ ਰੋਗ ਹੈ। ਜਿਸ ਵੇਲੇ ਧਨ ਪ੍ਰਾਪਤ ਹੋ ਗਿਆ, ਕੋਈ ਸਮੇਂ ਵਾਸਤੇ ਸੁਖ ਮੰਨ ਲਿਆ ਕਿ ਸੁਖ ਆ ਗਿਆ ਜੀ, ਹੁਣ ਧਨ ਆ ਗਿਆ, ਹੋਇਆ ਪਦਾਰਥ ਖਰੀਦ ਲਵਾਂਗੇ। ਪਰ ਜਿਸ ਵੇਲੇ ਧਨ ਦਾ ਵਿਛੋੜਾ ਪੈਂਦਾ ਹੈ, ਫਿਰ ਦੁਖੀ ਹੋ ਜਾਂਦਾ ਹੈ। ਇਸ ਨੂੰ ਮਹਾਰਾਜ ਨੇ ਆਖਿਆ, ਉਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਧਨ ਆ ਗਿਆ, ਅਮੀਰ ਬਣ ਗਿਆ, ਲੋਕ ਅਮੀਰ ਕਹਿਣ ਲੱਗ ਪਏ, ਧਨਾਟ ਕਹਿਣ ਲੱਗ ਪਏ। ਧਨ ਚਲੇ ਗਿਆ, ਧਨ ਜਦ ਜੋਗ ਹੋ ਗਿਆ, ਫਿਰ ਉਹੀ ਕੰਗਾਲ ਬਣ ਗਿਆ। ਤਾਂ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਵੀ ਸੁਖ ਦੀ ਪ੍ਰਾਪਤੀ ਨਹੀਂ ਹੈ। ਇਸੇ ਤਰ੍ਹਾਂ ਮਨੁੱਖ ਨਾਚ ਵੇਖ ਕਰਕੇ, ਨਾਟਕ ਵੇਖ ਕਰਕੇ ਸੁਖੀ ਹੋਣਾ ਚਾਹੁੰਦਾ ਹੈ। ਸਤਿਗੁਰੂ ਕਹਿੰਦੇ ਇਹਦੇ ਵਿੱਚੋਂ ਵੀ ਸੁਖ ਨਹੀਂ ਮਿਲਦਾ। ਸੁਖ ਨਾਹੀ ਬਹੁ ਦੇਸ ਕਮਾਏ। ਫਿਰ ਕਹਿੰਦਾ ਕਿ ਬਹੁਤੇ ਦੇਸ਼ਾਂ ਦੇ ਵਿੱਚ ਫਿਰੀਏ, ਕਦੀ ਕਿਸੇ ਦੇਸ਼ ਵਿੱਚ ਜਾਈਏ, ਕਦੀ ਕਿਸੇ ਦੇਸ਼ ਵਿੱਚ ਜਾਈਏ, ਉਧਰੋਂ ਸੁਖ ਭਾਲਦਾ ਕਿ ਇਸ ਦੇਸ਼ ਵਿੱਚ ਤਾਂ ਗੱਲ ਨਹੀਂ ਬਣਦੀ,
ਮਾਇਆ ਪਦਾਰਥ ਪੂਰਾ ਨਹੀਂ ਮਿਲਦਾ, ਚਲੋ ਵਿਦੇਸ਼ ਵਿੱਚ ਚੱਲਦੇ ਹਾਂ। ਮਹਾਰਾਜ ਦੇ ਚਰਨਾਂ 'ਚ ਕਰਦੇ ਹਾਂ ਅਰਦਾਸ ਬੇਨਤੀ ਕਿ ਕਿਸੇ ਵੱਡੇ ਜਿਹੇ ਦੇਸ਼ 'ਚ ਲੈ ਕੇ ਜਾ। ਰੋਜ਼ ਅਰਦਾਸਾਂ ਬੇਨਤੀਆਂ ਹੁੰਦੀਆਂ ਕਿ ਮਹਾਰਾਜ ਕੈਨੇਡਾ ਦੇ ਵਿੱਚ ਲੈ ਜਾਓ, ਅਮਰੀਕਾ 'ਚ ਲੈ ਜਾਓ, ਆਸਟ੍ਰੇਲੀਆ 'ਚ ਲੈ ਜਾਓ। ਤੇ ਸਤਿਗੁਰੂ ਕਹਿੰਦੇ ਕਿ ਸੁੱਖ ਦੀ ਭਾਲ ਦੇ ਵਿੱਚ ਦੇਸ਼ ਛੱਡ ਕੇ ਪ੍ਰਦੇਸ਼ ਵਿੱਚ ਪਹੁੰਚਿਆ, ਸੁਖ ਨਾਹੀ ਬਹੁਤ ਦੇਸ ਕਮਾਏ। ਬਹੁਤੇ ਦੇਸ਼ਾਂ ਵਿੱਚ ਧਨ ਕਮਾਉਣ ਦੇ ਨਾਲ ਵੀ ਸੁਖ ਨਹੀਂ ਪ੍ਰਾਪਤ ਹੁੰਦਾ। ਫਿਰ ਸੁਖ ਕਿੱਥੋਂ ਮਿਲਦਾ ਹੈ? ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ, ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁਖ ਪ੍ਰਾਪਤ ਹੁੰਦੇ ਆ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ, ਪਰਮੇਸ਼ਰ ਦਾ ਜਸ ਗਾਉਣ ਦੇ ਨਾਲ। ਸੋ ਜਿਸ ਜਸ ਗਾਉਣ ਦੇ ਨਾਲ ਜੀਵ ਦੀ ਆਤਮਾ ਸੁਖੀ ਹੋਵੇ, ਇਹਦਾ ਮਨ ਖੇੜੇ ਦੇ ਸਹਿਤ ਹੋ ਜਾਵੇਗਾ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਭਗਤੀ ਕਰਨ ਵਾਲਿਆਂ ਦਾ ਮਨ ਸਦਾ ਵਿਗਾਸ ਵਿੱਚ, ਸਦਾ ਚੜ੍ਹਦੀ ਕਲਾ ਵਿੱਚ, ਸਦਾ ਖੇੜੇ ਵਿੱਚ ਰਹਿੰਦਾ ਹੈ। ਇਸ ਕਰਕੇ ਗਰੀਬ ਨਵਾਜ ਕਹਿੰਦੇ ਵੀ ਮਨੁੱਖ ਨੇ ਸੁੱਖ ਇਹਨਾਂ ਪਦਾਰਥਾਂ ਵਿੱਚੋਂ ਮੰਨਿਆ ਹੋਇਆ ਹੈ, ਪਰ ਉੱਥੋਂ ਸੁੱਖ ਮਿਲਦਾ ਨਹੀਂ। ਸੁੱਖ ਹੈ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਇਨ ਕਰਨ ਦੇ ਵਿੱਚ। ਇਹ ਜੀਵ ਫਿਰ ਅੰਦਰੋਂ ਸੁਖੀ ਹੁੰਦਾ, ਅੰਦਰੋਂ ਸੁਖੀ। ਜੋ ਸੁਖ ਕੋ ਚਾਹੈ ਸਦਾ, ਸਰਨ ਰਾਮ ਕੀ ਲੇ। ਨਾਮੇ ਪਾਤਸ਼ਾਹ ਨੇ ਆਖਿਆ ਕਿ ਜੇ ਭਾਈ ਸੁਖ ਚਾਹੁਣਾ ਹੈ ਤੇ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾ, ਵਾਹਿਗੁਰੂ ਜੀ ਦੀ ਸ਼ਰਨ ਲੈ। ਜੇ ਸਦਾ ਦਾ ਸੁਖ ਚਾਹੁਣਾ ਕਿ ਕਦੇ ਦੁਖੀ ਹੋਵਾ ਹੀ ਨਾ, ਤੇ ਫਿਰ ਸਦਾ ਦਾ ਸੁਖ ਤੈਨੂੰ ਮਿਲੇਗਾ। ਵਿਨਾਸੀ ਸੁਖ, ਵਿਨਾਸੀ ਪਰਮੇਸ਼ਰ ਦੇ ਲੜ ਲੱਗਿਆ। ਤੋ ਮਹਾਰਾਜ ਸਾਹਿਬ ਜੀ ਨੇ ਜੀਵ ਨੂੰ ਸਦਾ ਦਾ ਸੁਖ ਦੇਣ ਵਾਸਤੇ ਇਹ ਤੁਰ ਕੀ ਬਾਣੀ ਉਚਾਰਨ ਕੀਤੀ ਹੈ। ਚਿੰਤਾ ਕਰਕੇ ਮਨੁੱਖ ਦੁਖੀ ਹੈ, ਅੰਮ੍ਰਿਤ ਬਾਣੀ ਚਿੰਤਾ ਦੂਰ ਕਰਦੀ ਹੈ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਾਰੀਆਂ ਚਿੰਤਾ ਨੂੰ ਮੇਟਣ ਵਾਲੀ ਗੁਰੂ ਕੀ ਬਾਣੀ ਦਾ ਕੀਰਤਨ ਜੀਵ ਨੂੰ ਅੰਦਰੋਂ ਸੁਖੀ ਕਰਦਾ ਹੈ। ਗੁਰੂ ਕੀ ਬਾਣੀ ਦੀ ਕਥਾ ਮਨੁੱਖ ਨੂੰ ਅੰਦਰੋਂ ਸੁਖੀ ਕਰਦੀ ਹੈ, ਦੁੱਖਾਂ ਦੀ ਨਿਵਰਤੀ ਕਰਕੇ ਸੁਖ ਦਿੰਦੀ ਹੈ। ਤਾਂ ਹੀ ਗਰੀਬ ਨਵਾਜ ਨੇ ਆਖਿਆ, ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ। ਇਹ ਜਦੋਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਦਾ ਹੈ ਤਾਂ ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਨੂੰ ਸਰਵਣ ਕੀਤਾ, ਫਿਰ ਦੁੱਖ ਰੋਗ ਤੇ ਸਾਰੇ ਸੰਤਾਪ ਜਿਹੜੇ ਉਤਰ ਗਏ, ਦੂਰ ਹੋ ਗਏ। ਤੋ ਗਰੀਬ ਨਵਾਜ ਸਾਹਿਬ ਜੀ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਤੁਰ ਕੀ ਬਾਣੀ ਦੁਆਰਾ ਬਖਸ਼ਿਸ਼ ਕਰ ਰਹੇ ਹਨ। ਦੱਖਣੀ ਓਅੰਕਾਰ ਦੇ ਅੰਦਰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 934 ਅੰਗ ਤੇ ਇਹ 34ਵੀਂ ਪੌੜੀ ਮਹਾਰਾਜ ਸਾਹਿਬ ਜੀ ਅੱਜ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਗਰੀਬ ਨਵਾਜ ਸਾਹਿਬ ਜੀ ਇਹ ਜੀਵਾਂ ਦੀ ਹਾਲਤ, ਸਾਡੀ ਹਾਲਤ ਵੀ ਕਥਨ ਕਰ ਰਹੇ ਹਨ। ਔਰ ਮਹਾਰਾਜ ਸਾਹਿਬ ਜੀ ਪਰਮੇਸ਼ਰ ਵਾਹਿਗੁਰੂ ਉਹ ਕੈਸਾ ਹੈ, ਤੇ ਕਿਸ ਪ੍ਰਕਾਰ ਦੇ ਨਾਲ ਉਹਦੇ ਨਾਲ ਜੁੜਿਆ ਸੁਖ ਪ੍ਰਾਪਤ ਹੋਵੇਗਾ, ਐਸਾ ਉਪਦੇਸ਼ ਮਹਾਰਾਜ ਸਾਹਿਬ ਜੀ ਇਸ ਪੌੜੀ ਦੇ ਅੰਦਰ ਬਖਸ਼ ਰਹੇ ਹਨ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ
ਜੀ ਥਰ ਥਰ ਕੰਪੈ ਜੀਅੜਾ। ਮਹਾਰਾਜ ਕਹਿੰਦੇ ਇਹ ਜੀਵ ਦਾ ਜੋ ਹਿਰਦਾ ਹੈ ਜੀਅੜਾ ਥਰ ਥਰ ਕਰਕੇ ਕੰਬ ਰਿਹਾ ਹੈ। ਜਿਵੇਂ ਹਵਾ ਚੱਲਣ ਦੇ ਨਾਲ ਪੱਤਾ ਕੰਬਦਾ ਹੈ, ਜਿਵੇਂ ਕੱਪੜਾ ਹਿਲਦਾ ਹੈ, ਜਿਵੇਂ ਥਾਲ ਵਿੱਚ ਪਏ ਹੋਏ ਮੋਤੀ ਉਹ ਥਰ ਥਰ ਕਰਕੇ ਕੰਬਦੇ ਹਨ, ਇਸੇ ਤਰ੍ਹਾਂ ਇਹ ਜੀਵ ਦਾ ਜੋ ਹਿਰਦਾ ਹੈ ਉਹ ਥਰ ਥਰ ਕਰਕੇ ਕੰਬ ਰਿਹਾ ਹੈ। ਥਾਨ ਵਿਹੂਣਾ ਹੋਏ। ਕੰਬਦਾ ਕਿਉਂ ਹੈ? ਕਿਉਂਕਿ ਥਾਨ ਵੀ ਹੋਣਾ ਹੈ, ਥਾਂ ਤੋਂ ਵੀ ਹੋਣਾ ਹੋ ਰਿਹਾ। ਥਾਂ ਜੋ ਅੰਤਰਮੁਖ ਥਾਂ ਅੰਤਰਾਤਮੇ ਟਿਕਣਾ ਸੀ ਨਾ, ਉਸ ਟਿਕਾ ਤੋਂ ਉਸ ਥਾਨ ਤੋਂ ਵੀ ਹੋਣਾ ਹੋ ਰਿਹਾ, ਵਾਂਝਾ ਹੋ ਰਿਹਾ। ਸਤ ਸੰਗਤ ਰੂਪੀ ਥਾਂ ਦੇ ਵਿੱਚ ਇਸਨੇ ਟਿਕਣਾ ਸੀ, ਪਰ ਸਤ ਸੰਗਤ ਰੂਪੀ ਥਾਂ ਤੋਂ ਇਹ ਵਿਹੂਣਾ ਹੋ ਰਿਹਾ ਹੈ, ਵਿਛੜਿਆ ਹੋਇਆ ਹੈ। ਸਤ ਸੰਗਤ ਰੂਪੀ ਥਾਂ ਤੋਂ ਵਾਂਝਾ ਹੋ ਰਿਹਾ ਹੈ। ਇਸ ਕਰਕੇ ਸਤ ਸੰਗਤ ਤੋਂ ਵਿਛੋੜਾ ਪੈਣ ਕਰਕੇ ਅੰਤਰਾਤਮੇ ਟਿਕਾ ਤੋਂ ਰਹਿਤ ਹੋਣੇ ਕਰਕੇ ਇਹ ਜੀਵ ਦਾ ਹਿਰਦਾ ਜੀਵ ਆਤਮਾ ਥਰ ਥਰ ਕਰਕੇ ਕੰਬਦਾ ਹੈ। ਮਾਨ ਮਾਨ ਸੱਚ ਏਕੋ ਹੈ। ਜਗਤ ਗੁਰੂ ਜੀ ਫਰਮਾ ਰਹੇ ਆ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਕਿ ਇੱਕੋ ਇੱਕ ਜੋ ਸੱਚਾ ਪਰਮੇਸ਼ਰ ਹੈ ਨਾ, ਉਹੀ ਸਭ ਜੀਵਾਂ ਨੂੰ ਥਾਨ ਦੇਣ ਵਾਲਾ, ਸਤ ਸੰਗਤ ਰੂਪੀ ਥਾਂ ਦੇਣ ਵਾਲਾ ਵੀ ਉਹ ਵਾਹਿਗੁਰੂ ਪਰਮੇਸ਼ਰ ਹੈ। ਤੇ ਅੰਦਰ ਜੋ ਟਿਕਾ ਵਾਲੀ ਥਾਂ ਹੈ ਉਹ ਬਣਾਉਣ ਵਾਲਾ ਵੀ ਉਹ ਸੱਚਾ ਇੱਕੋ ਇੱਕ ਆਪ ਹੀ ਹੈ। ਉਹ ਸੱਚਖੰਡ ਰੂਪੀ ਥਾਂ ਦੇਣ ਵਾਲਾ ਵੀ ਆਪ ਹੀ ਹੈ। ਤੁਰੀਆ ਪਦ ਰੂਪੀ ਥਾਂ ਦੇਣ ਵਾਲਾ ਵੀ ਆਪ ਹੀ ਹੈ। ਮਾਨ ਸਨਮਾਨ ਦੇਣ ਵਾਲਾ ਵੀ ਉਹ ਸੱਚਾ ਇੱਕ ਹੀ ਹੈ। ਉਹ ਥਾਨ ਵੀ ਆਪ ਹੀ ਦੇਣ ਵਾਲਾ ਹੈ, ਥਾਂ ਟਿਕਾ ਵਾਲੀ ਥਾਂ। ਫਿਰ ਘਰ ਬੈਸਹੁ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੇ ਮਾਨ ਸਤਕਾਰ ਅਦਬ ਆਦਰ ਦੇਣ ਵਾਲਾ ਵੀ ਉਹ ਸੱਚਾ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੈ, ਜਿਸ ਵੇਲੇ ਉਹ ਥਾਨ ਤੇ ਮਾਨ ਦਿੰਦਾ ਹੈ। ਕਾਜ ਨਾ ਹੀਟੈ ਕੋਏ। ਜਿਸ ਜੀਵ ਤੇ ਉਸ ਸੱਚੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਉਸ ਸੱਚੇ ਦੇ ਕੋਲੋਂ ਥਾਂ ਦੀ ਤੇ ਮਾਣ ਇੱਜ਼ਤ ਦੀ ਪ੍ਰਾਪਤੀ ਹੁੰਦੀ ਹੈ। ਫਿਰ ਕੋਈ ਵੀ ਕਾਰਜ ਜਿਹੜਾ ਹੈ ਉਹ ਫਿੱਟਦਾ ਨਹੀਂ ਹੈ, ਭਾਵ ਵਿਗੜਦਾ ਨਹੀਂ ਹੈ। ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਇਹ ਲੋਕ ਦੇ ਕਾਰਜ ਵੀ ਰਾਸ ਹੋ ਜਾਂਦੇ, ਪਰਲੋਕ ਵੀ ਸਵਰ ਜਾਂਦਾ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਐਸੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਕਾਜ ਨਾ ਫੀਟੈ ਕੋਈ, ਕਿਸੇ ਪ੍ਰਕਾਰ ਕੋਈ ਕਾਰਜ ਵੀ ਫਿਰ ਫਿੱਟਦਾ ਨਹੀਂ ਹੈ, ਵਿਗੜਦਾ ਨਹੀਂ ਹੈ। ਫਿਰ ਨਾਰਾਇਣ ਫਿਰ ਗੁਰੂ। ਗਰੀਬ ਨਵਾਜ ਸਾਹਿਬ ਜੀ ਦੱਸਦੇ ਆ ਕਿ ਭਾਈ ਫਿਰ ਸਦਾ ਵਾਸਤੇ ਰਹਿਣ ਵਾਲਾ ਨਾਰਾਇਣ ਪਰਮੇਸ਼ਰ ਆਪ ਹੈ, ਔਰ ਉਸੇ ਦਾ ਹੀ ਸਰੂਪ ਸਦਾ ਸਲਾਮਤ ਥਿਰ ਗੁਰੂ। ਗੁਰੂ ਸਾਹਿਬ ਜੀ ਵੀ ਸਦਾ ਥਿਰ ਹਨ, ਅਸਥਿਰ ਹਨ, ਸਦਾ ਸਲਾਮਤ ਹਨ। ਨਾਰਾਇਣ ਜਿਸ ਵਿੱਚ ਨਾ ਨਹੀਂ ਹੈ ਰਾਇਣ, ਅਵਿਦਿਆ ਰੂਪੀ ਅਗਿਆਨਤਾ ਰੂਪੀ ਰਾਤ। ਤੇ ਨਾਰਾਇਣ ਜੋ ਨਰਾਂ ਨਰਾਂ ਵਿੱਚ ਆਇਨ ਆਇਆ ਹੋਇਆ ਹੈ ਪਰਮੇਸ਼ਰ, ਸਾਰੇ ਪਾਸੇ ਜਿਸ ਦਾ ਵਾਸਾ ਹੈ। ਐਸਾ ਨਾਰਾਇਣ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਥਿਰ ਹੈ, ਸਦਾ ਰਹਿਣ ਵਾਲਾ ਹੈ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਸਦਾ ਥਿਰ ਹੈ, ਸ੍ਰਿਸ਼ਟੀ ਦੀ ਰਚਨਾ ਕੀਤੀ ਇਹਦੇ ਵਿੱਚ ਵੀ ਸਦਾ ਥਿਰ ਹੈ, ਵਰਤਮਾਨ ਕਾਲ ਵਿੱਚ ਵੀ
ਤੇ ਭਵਿੱਖਤ ਕਾਲ ਵਿੱਚ ਵੀ ਉਹ ਸਦਾ ਸਥਿਰ ਹੈ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਐਸਾ ਕਥਨ ਕੀਤਾ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੋ ਸਾਰਿਆਂ ਸਮਿਆਂ ਦੇ ਵਿੱਚ ਉਹ ਸਲਾਮਤ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਬਾਕੀ ਤਾਂ ਮਹਾਰਾਜ ਸਾਹਿਬ ਕਹਿੰਦੇ ਸਭ ਕੁਝ ਨਾਸਵਾਨ ਹੈ ਭਾਈ। ਇਹ ਸਾਰਾ ਸੰਸਾਰ, ਸਾਰੇ ਪਦਾਰਥ ਕੁਝ ਵੀ ਸਦਾ ਥਿਰ ਨਹੀਂ ਹੈ। ਸਦਾ ਥਿਰ ਨਾਰਾਇਣ ਹੈ, ਸਦਾ ਥਿਰ ਗੁਰੂ ਹੈ। ਬਾਕੀ ਤੇ ਸਭ ਕੁਝ ਸਮਾਪਤ ਹੋ ਜਾਣ ਵਾਲਾ। ਇਸੇ ਕਰਕੇ ਗਰੀਬ ਨਿਵਾਜ ਸਾਹਿਬ ਜੀ ਨੇ ਫਰਮਾਇਆ, ਆਸਾ ਕੀ ਵਾਰ ਦੇ ਵਿੱਚ ਵੀ ਜਗਤ ਗੁਰੂ ਜੀ ਉਚਾਰਨ ਕਰਦੇ ਆ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖੱਬ ਹੋਏ ਖਾਰ, ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਜੈ ਦੋਸਤੀ ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ, ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਤੁਧ ਜਿਸ ਨੂੰ ਆਖਿਆ ਨਾ, ਇੱਥੇ ਮਹਾਰਾਜ ਨਾਰਾਇਣ ਕਹਿ ਰਹੇ, ਤੁਧ ਬਾਝ ਕਹੇ ਵਾਹਿਗੁਰੂ ਜੀ, ਤੇਰੇ ਤੋਂ ਬਿਨਾ ਬਾਕੀ ਸਭ ਕੁਝ ਕੂੜ ਹੀ ਕੂੜ ਹੈ, ਝੂਠ ਹੀ ਝੂਠ ਹੈ, ਸਭ ਕੁਝ ਖਤਮ ਹੋ ਜਾਣ ਵਾਲਾ ਹੈ। ਇੱਕ ਆਪ ਹੀ ਸਦਾ ਸਲਾਮਤ ਹੋ। ਨਾਨਕ ਵਖਾਣਾ ਬੇਨਤੀ ਤੁਧ ਬਾਝ ਕੂੜੋ ਕੂੜ। ਥਿਰ ਨਾਰਾਇਣ, ਨਾਰਾਇਣ ਸਦਾ ਥਿਰ ਹੈ, ਸਦਾ ਸਲਾਮਤ ਹੈ। ਤੇ ਉਸੇ ਦਾ ਹੀ ਸਰਗੁਣ ਸਰੂਪ ਸਤਿਗੁਰੂ ਜੀ ਹਨ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਥਿਰ ਗੁਰੂ ਤੇ ਗੁਰੂ ਸਾਹਿਬ ਜੀ ਵੀ ਸਦਾ ਥਿਰ ਹਨ, ਸਦਾ ਸਲਾਮਤ ਹਨ। ਜੁਗੋ ਜੋਗਿਆ ਅਕਾਲ ਸਤਿਗੁਰੂ ਜੀ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਸਤਿਗੁਰੂ ਜੀ ਨੇ ਕਾਇਆ ਹੀ ਪਲਟੀ ਹੈ। ਗਰੀਬ ਨਿਵਾਜ ਸਾਹਿਬ ਜੀ ਨੇ ਜੋਤ ਤਾਂ ਸਤਿਗੁਰਾਂ ਦੀ ਸਦਾ ਹੀ ਸਲਾਮਤ ਹੈ। ਆਪਾਂ ਇਹ ਗੁਰੂ ਘਰ ਦੇ ਕੀਰਤਨੀਆਂ ਦੇ, ਰਬਾਬੀ ਸਿੱਖਾਂ ਦੇ ਬਚਨ ਪੜ੍ਹਦੇ ਸੁਣਦੇ ਹਾਂ। ਜੋ ਦਿਓ ਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀਆ। ਜੋ ਦੋਹਾਈਆ, ਦੋਹਾ ਤੋਂ ਕੀ ਭਾਵ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ, ਪ੍ਰਭੂ ਦੀ ਜੋਤ ਹੈ। ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਅੰਗਦ ਕਿਰਪਾ ਧਾਰੇ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਸ਼ਤਰ ਗੁਰ ਰਾਮਹਿ ਜੀਓ। ਗੁਰ ਰਾਮਦਾਸ ਦਰਸ਼ਨ ਪਰਸ ਤਹ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿਖਾ ਹੁਨੈ। ਜੋ ਦਿਓ ਹਾ, ਉਹ ਵਾਹਿਗੁਰੂ ਜੀ ਦੀ ਜੋਤ, ਜੋ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਨੂੰ ਵਸਾਉਣ ਵਾਲੇ ਹਨ। ਉਸ ਪ੍ਰਭੂ ਦੀ ਜੋਤ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਜਦੋਂ ਮਨੁੱਖਾ ਸਰੂਪ ਧਾਰਨ ਕੀਤਾ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਰੂਪ ਦੇ ਵਿੱਚ ਫਿਰ ਦਰਸ਼ਨ ਵਿਖਾਏ, ਦਰਸ਼ਨ ਦਿੱਤੇ। ਕੋਟ ਬ੍ਰਹਿਮੰਡ ਕੋ ਠਾकुर ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਉਹ ਪ੍ਰਭੂ ਜੋਤ ਪ੍ਰਗਟ ਹੋਏ। ਜੋਤ ਵੀ ਉਹ ਹੈ, ਜੁਗਤ ਵੀ ਉਹ ਹੈ। ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ ਹੈ, ਜੀਵਾਂ ਦੀ ਕਲਿਆਣ ਕਰਨ ਵਾਲੀ ਜੁਗਤੀ ਹੈ, ਢੰਗ ਤਰੀਕਾ ਹੈ।
ਤੇ ਮਹਾਰਾਜ ਸਾਹਿਬ ਜੀ ਨੇ ਕਾਇਆ ਪਲਟੀ ਹੈ, ਸਰੀਰ ਬਦਲਿਆ ਹੈ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਹੋ ਗਏ। ਜੋ ਤਿਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਸਰੀਰ ਬਦਲਿਆ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਿਰ ਗੁਰੂ ਜੋਤੀ ਸਦਾ ਸਲਾਮਤ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਜਗਤ ਗੁਰੂ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ। 1596 ਬਿਕਰਮੀ ਸੰਮਤ ਦੇ ਵਿੱਚ ਆਪਣੀ ਜੋਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਵਿੱਚ ਟਿਕਾ ਦਿੱਤੀ। ਇਹ ਮਹਿਮਾ ਸਤਿਗੁਰਾਂ ਦੀ ਹੈ, ਇਹ ਵਡਿਆਈ ਸਤਿਗੁਰੂ ਜੀ ਦੀ ਹੈ ਕਿ ਆਪਣੀ ਜੋਤ ਨੂੰ ਆਪਣੇ ਸਿੱਖ ਦੇ ਵਿੱਚ ਟਿਕਾ ਕਰਕੇ ਤੇ ਸਿੱਖ ਨੂੰ ਆਪਣਾ ਰੂਪ ਦੇ ਕਰਕੇ ਗੁਰੂ ਪਦਵੀ ਉੱਤੇ ਸੁਸ਼ੋਭਿਤ ਕਰ ਦਿੱਤਾ। ਬਾਬਾ ਲਹਿਣਾ ਜੀ ਪਹਿਲਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਿੱਖ ਹੀ ਸਨ। ਜਿਨ੍ਹਾਂ ਵਰਗਾ ਸਿੱਖ ਕੌਣ ਹੋ ਸਕਦਾ? ਜਿਸ ਤਰ੍ਹਾਂ ਦੀ ਸਿੱਖੀ ਬਾਬਾ ਲਹਿਣਾ ਜੀ ਨੇ ਕਮਾਈ ਹੈ, ਜਿਸ ਤਰ੍ਹਾਂ ਦੀ ਸਿੱਖਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਬਾ ਲਹਿਣਾ ਜੀ ਨੇ ਮੰਨੀ ਹੈ। 7 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ 1599 ਬਿਕਰਮੀ ਸੰਮਤ ਤੋਂ ਲੈ ਕੇ 96 ਤੱਕ 7 ਸਾਲ ਸਮਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹੇ ਤੇ ਜਿਹੜੀ ਆਗਿਆ ਕੀਤੀ ਆ ਨਾ, 7 ਬਚਨ ਕਹਿ ਕੇ ਮਹਾਰਾਜ ਸਾਹਿਬ ਜੀ ਦਾ ਬਚਨ ਮੰਨਿਆ, ਸਿੱਖਿਆ ਮੰਨੀ। ਅੱਧੀ ਰਾਤ ਵੀ ਕਹਿਣਾ ਕਿ ਭਾਈ ਲੈਣਿਆ ਜਾ ਬਸਤਰ ਧੋ ਕੇ ਲਿਆ, ਉਸੇ ਵੇਲੇ ਉੱਠ ਕੇ 7 ਬਚਨ ਕਹਿ ਕੇ ਕਾਰਜ ਕਰਨਾ। ਅੱਧੀ ਰਾਤ ਕਹਿਣਾ ਕਿ ਧਰਮਸ਼ਾਲਾ ਦੀ ਕੰਧ ਡਿੱਗੀ ਹੈ, ਕੰਧ ਦੀ ਉਸਾਰੀ ਕਰੋ, ਉਸੇ ਵੇਲੇ ਹੀ ਉਹ ਕਹਾਣੀ ਬਣਾ ਕਰਕੇ ਤੇ ਕੰਧ ਉਸਾਰਨ ਲੱਗਣਾ। ਜਦੋਂ ਵੀ ਬਚਨ ਕਹਿਣੇ, ਭਾਵੇਂ ਹਨੇਰਾ ਹੋਣਾ ਸਵੇਰਾ ਹੋਣਾ, ਉਸੇ ਵੇਲੇ ਬਚਨ ਮੰਨਣਾ। 7 ਬਚਨ ਕਹਿ ਕੇ ਪਰਖ ਵੀ ਕੀਤੀ ਮਹਾਰਾਜ ਸਾਹਿਬ ਜੀ ਨੇ, ਸਿੱਖਾਂ ਸਾਰਿਆਂ ਦੀ ਪਰਖ ਕੀਤੀ, ਪੁੱਤਰਾਂ ਦੀ ਵੀ ਪਰਖ ਕੀਤੀ। ਸਿੱਖਾਂ ਪੁੱਤਰਾਂ ਭੋਖ ਕੈ ਸਭ ਉਮਤ ਵੇਖੋ ਜੇ ਕਿਉਨ, ਜਾਂ ਸੁਧੋਸ ਤਾਂ ਲਹਿਣਾ ਟਿਕਿਓਨ। ਐ ਸੋਧ ਕੇ ਫਿਰ ਆਪਣੇ ਸਿੱਖ ਬਾਬਾ ਲਹਿਣਾ ਜੀ ਨੂੰ ਆਪਣੇ ਥਾਂ ਤੇ ਟਿਕਾ ਦਿੱਤਾ। ਦੁਨੀਆ ਹੈਰਾਨ ਹੋ ਗਈ, ਸਿੱਖ ਜਗਤ ਹੈਰਾਨ ਹੋ ਗਿਆ। ਗੁਰੂ ਕੀ ਬਾਣੀ ਦੇ ਵਿੱਚ ਬਚਨ ਹੈ ਵੀ ਉਲਟੀ ਗੰਗਾ ਵਗਾ ਦਿੱਤੀ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਲਟੀ ਗੰਗਾ, ਉਲਟੀ ਗੰਗ ਵਹਾਏ ਓਣ, ਦੁਨੀਆਈ ਆਖੈ ਕਿ ਕਿਉਨ। ਦੁਨੀਆ ਕਹਿੰਦੀ ਆ ਕਿ ਕੀ ਕੀਤਾ ਏ? ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਤਾਂ ਉਲਟੀ ਗੰਗਾ ਹੀ ਵਹਾ ਦਿੱਤੀ। ਵੀ ਅੱਜ ਤੀਕ ਤਾਂ ਸਿੱਖ ਹੀ ਆਪਣੇ ਗੁਰੂ ਨੂੰ ਨਮਸਕਾਰਾਂ ਕਰਦੇ ਆਏ, ਪਰ ਅੱਜ ਗੁਰੂ ਜੀ ਨੇ ਆਪਣੇ ਸਿੱਖ ਨੂੰ ਮੱਥਾ ਟੇਕ ਦਿੱਤਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਉਲਟੀ ਗੰਗਾ ਮਹਾਰਾਜ ਸਾਹਿਬ ਜੀ ਨੇ ਵਗਾਈ ਆ। ਅੱਜ ਗੁਰੂ ਨੇ ਆਪਣੇ ਚੇਲੇ ਨੂੰ ਨਮਸਕਾਰ ਕੀਤੀ, ਆਪਣੇ ਸਲਾਮਤ ਹੁੰਦਿਆਂ ਗੁਰਿਆਈ ਦਾ ਟਿੱਕਾ ਦੇ ਦਿੱਤਾ, ਆਪਣਾ ਤਖਤ ਦੇ ਦਿੱਤਾ। ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਮਦਾ, ਸਹਿ ਟਿੱਕਾ ਦਿੱਤੋਸ ਜੀਵਦਾ। ਸਾਰੇ ਹੈਰਾਨ ਹੋ ਗਏ ਵੀ ਜਿਸ ਜਗਤ ਗੁਰੂ ਬਾਬਾ ਜੀ ਦੇ ਚਰਨਾਂ ਦੇ ਉੱਤੇ ਸਾਰਾ ਸੰਸਾਰ ਝੁਕਿਆ, ਮਹਾਰਾਜ ਸਾਹਿਬ ਕਿਸੇ ਅੱਗੇ ਨਹੀਂ ਝੁਕੇ, ਭਾਵੇਂ ਕੋਈ ਰੂਹਾਨੀ ਤਾਕਤ ਵਾਲਾ
ਕੋਈ ਜਿਸਮਾਨੀ ਤਾਕਤ ਵਾਲਾ, ਕੋਈ ਰਿੱਧੀਆਂ ਸਿੱਧੀਆਂ ਵਾਲਾ, ਕੋਈ ਪੀਰ ਹੈ, ਕੋਈ ਵਲੀ ਹੈ, ਕੋਈ ਸਿੱਧ ਹੈ, ਕੋਈ ਨਾਥ ਹੈ। ਹਾਂ, ਜਿਹੜੇ ਆਕੜ ਖਾਂ ਸੀ ਉਹਨਾਂ ਦੇ ਅੱਗੇ ਕਿਸੇ ਅੱਗੇ ਵੀ ਨਹੀਂ ਝੁਕੇ, ਪਰ ਨਾਮ ਜਪਣ ਵਾਲਿਆਂ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਸੀਂ ਤਾਂ ਸਦਕੇ ਜਾਂਦੇ, ਉਹਨਾਂ ਦੀਆਂ ਪਰਿਕਰਮਾ ਕਰਦੇ ਆ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ। ਉੱਥੇ ਮਹਾਰਾਜ ਵੀ ਆ ਕੇ ਕਹਿ ਦਿੰਦੇ, ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਦ ਕੁਰਬਾਨੇ ਜਾਓ। ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਬੋਲ। ਇਹ ਪ੍ਰਭੂ ਜਿਹੜੇ ਜੀਵ ਤੇਰਾ ਨਾਮ ਜਪਦੇ ਆ, ਤੇਰਾ ਨਾਮ ਲੈਂਦੇ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਨਾ, ਸਦਾ ਸਦਕੇ ਜਾਨਾ। ਪਰ ਜਿਹੜੇ ਸੰਸਾਰ ਦੇ ਵਿੱਚ ਹੰਕਾਰੀ ਲੋਕ ਸਨ, ਜਿਹੜੇ ਦੂਸਰਿਆਂ ਨੂੰ ਆਪ ਝੁਕਾਉਂਦੇ ਸੀ ਆਪਣੇ ਅੱਗੇ ਜ਼ਬਰਦਸਤੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਸਾਰੇ ਝੁਕੇ, ਮਹਾਰਾਜ ਨਹੀਂ ਕਿਸੇ ਅੱਗੇ ਝੁਕੇ। ਇਸੇ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਨਾ, ਗੜ ਬਗਦਾਦ ਨਿਵਾਏ ਕਿ ਮੱਕਾ ਮਦੀਨਾ ਸਭ ਨਿਵਾਇਆ। ਕੀ ਮੱਕਾ, ਕੀ ਮਦੀਨਾ, ਕੀ ਬਗਦਾਦ, ਪੀਰਾਂ ਦਾ ਗੜ, ਕੀ ਮੁਲਤਾਨ, ਸਾਰੇ ਇਲਾਕੇ ਨਿਵਾ ਦਿੱਤੇ, ਝੁਕਾ ਦਿੱਤੇ ਬਾਬਾ ਜੀ ਨੇ। ਸਿੱਧ 84 ਮੰਡਲੀ ਖੜ ਦਰਸ਼ਨ ਪਾਖੰਡ ਜਨਾਇਆ, ਪਾਤਾਲਾ ਆਕਾਸ਼ ਲਖ ਜਿੱਤੀ, ਧਰਤੀ ਜਗਤ ਸਮਾਇਆ। ਲੱਖਾਂ ਪਤਾਲ ਲੱਖਾਂ ਆਕਾਸ਼, ਸਾਰੀ ਧਰਤੀ ਸਭ ਪਾਸੇ ਮਹਾਰਾਜ ਦੀ ਜਿੱਤ ਦਾ ਡੰਕਾ ਖੜਕਿਆ। ਜਿੱਤੀ ਨਵਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ। ਦੇਵ ਦਾਨੋ ਰਾਖਸ਼ ਦੈਤ, ਸਭ ਚਿੱਤ ਗੁਪਤ ਸਭ ਚਰਨੀ ਲਾਇਆ। ਉਹ ਵੀ ਸਾਰੇ ਚਰਨੀ ਲਾਏ ਮਹਾਰਾਜ ਸਾਹਿਬ ਜੀ ਨੇ। ਇੰਦਰਾਸਨ ਅਪਸ਼ਰਾ, ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ, ਸਾਰੇ ਬਾਬਾ ਜੀ ਦੇ ਚਰਨਾਂ ਤੇ ਝੁਕੇ। ਨੌਵਾਂ ਖੰਡਾਂ ਦੀ ਸਾਰੀ ਪ੍ਰਿਥਵੀ, ਚਾਰੇ ਚੱਕ, ਐਸੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਚੇਲੇ ਨੂੰ ਨਮਸਕਾਰ ਕੀਤੀ, ਆਪਣੇ ਸਿੱਖ ਨੂੰ ਮੱਥਾ ਟੇਕਿਆ। 5 ਪੈਸੇ ਨਾਰੀਅਲ ਲੈ ਕੇ ਪ੍ਰਕਰਮਾ ਕਰਕੇ ਤੇ ਆਪਣੀ ਜੋਤ ਆਪਣੇ ਸਿੱਖ ਵਿੱਚ ਟਿਕਾ ਕੇ ਆਪਣਾ ਰੂਪ ਦੇ ਦਿੱਤਾ ਤੇ ਕਹਿ ਦਿੱਤਾ ਕਿ ਤੁਸੀਂ ਸਾਡੇ ਅੰਗਾਂ ਨਾਲ ਲੱਗ ਕਰਕੇ ਅੰਗਦ ਬਣ ਗਏ ਹੋ। ਦੂਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਪਣੀ ਜੋਤ ਟਿਕਾ ਦਿੱਤੀ ਤੇ ਨਾਲੇ ਬਚਨ ਕਹਿ ਦਿੱਤਾ ਵੀ ਗੁਰਸਿੱਖੋ, ਅਸੀਂ ਕਾਇਆ ਹੀ ਪਲਟੀ ਹੈ, ਸਰੀਰ ਹੀ ਬਦਲਿਆ ਹੈ, ਸਾਡੀ ਜੋਤ ਹੁਣ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਵਿੱਚ ਹੈ। ਤੁਸੀਂ ਸਾਡਾ ਹੀ ਰੂਪ ਜਾਣ ਕਰਕੇ ਇਹਨਾਂ ਨੂੰ ਨਮਸਕਾਰ ਕਰੋ। ਸਾਡੇ ਵਿੱਚ ਤੇ ਇਹਨਾਂ ਵਿੱਚ ਫਰਕ ਕੋਈ ਨਹੀਂ ਸਮਝਣਾ ਤੁਸੀਂ। ਇਹ ਬਚਨ ਕਹਿ ਗਰੀਬ ਨਵਾਜ਼ ਸਾਹਿਬ, ਜਿਨ੍ਹਾਂ ਬੋਲਾਂ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਰਚਨਾ ਦੇ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ। ਵਿੱਚ ਕਰਤਾਰਪੁਰੇ ਜਗ ਰਾਈ। ਕਰਤਾਰਪੁਰ ਨਗਰ ਦੇ ਵਿੱਚ ਜੋ ਰਾਵੀ ਦੇ ਕੰਢੇ ਤੇ ਮਹਾਰਾਜ ਨੇ ਵਸਾਇਆ, ਜਿੱਥੇ ਆਪ ਜੀ ਨੇ ਬਲਦਾਂ ਨਾਲ ਹਲ ਵਾਹਿਆ, ਖੇਤੀ ਕੀਤੀ। ਵਿੱਚ ਕਰਤਾਰਪੁਰੇ ਜਗ ਰਾਈ, ਜਗਤ ਦੇ ਰਾਜੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਸ੍ਰੀ ਅੰਗਦ ਕੋ ਦੀਨ ਬਡਾਈ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਦਿੱਤੀ। ਆਪਣੀ ਜੋਤ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵਿੱਚ ਸੋਭਨੀ ਕਰ ਦਿੱਤੀ, ਟਿਕਾ ਦਿੱਤੀ। ਆਪਣੇ ਕੀਨ ਸੱਚਖੰਡ ਪਿਆਨਾ, ਆਪ ਸੱਚਖੰਡ ਪਿਆਨਾ ਕੀਤਾ। ਜੋਤ ਰੂਪ ਬਿਬ ਤਨ ਪਲਟਾਨਾ, ਜੋਤੀ ਸਰੂਪ ਨੇ ਦੂਸਰਾ ਸਰੀਰ ਪਲਟਿਆ। ਜੋ ਦੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਗਏ। ਕਾਇਆ ਹੀ ਪਲਟੀ ਹੈ, ਸਰੀਰ ਹੀ ਮਹਾਰਾਜ ਸਾਹਿਬ ਨੇ ਬਦਲਿਆ, ਜੋਤ ਨਹੀਂ ਬਦਲੀ ਹੈ। ਗੁਰੂ ਜੋਤ ਹੈ। ਜੋਤ ਰੂਪ ਬਿਬ ਤਨ ਪਲਟਾਨਾ। ਫਿਰ ਅੱਗੇ ਭਾਈ ਸਾਹਿਬ ਜੀ ਸਮਝਾਉਂਦੇ ਆ, ਕਹਿੰਦੇ ਕਿਵੇਂ ਮਹਾਰਾਜ ਸਾਹਿਬ ਜੀ ਨੇ ਇਹ ਕਾਇਆ ਪਲਟੀ ਹੈ।
ਭਾਈ ਸਾਹਿਬ ਕਥਨ ਕਰਦੇ, ਜਿਉਂ ਅਥ ਪਤ ਇੱਕ ਕੋਸ਼ਿਸ਼ ਤਜ ਕੈ। ਜਿਵੇਂ ਇੱਕ ਬਾਦਸ਼ਾਹ, ਇੱਕ ਚੱਕਰਵਰਤੀ ਬਾਦਸ਼ਾਹ ਆਪਣੇ ਸਿੰਘਾਸਣ ਤੇ ਬੈਠਾ ਹੋਇਆ, ਆਪਣੀ ਸਭਾ ਵਿੱਚ ਬੈਠਾ ਹੋਇਆ, ਉਹ ਆਪਣੇ ਸਿੰਘਾਸਣ ਤੋਂ ਉੱਠ ਕਰਕੇ ਆਪਣੇ ਮਹਿਲਾਂ ਵਿੱਚ ਜਾਂਦਾ ਹੈ। ਉੱਥੇ ਜਾ ਕਰਕੇ ਆਪਣੀ ਪਹਿਲੀ ਪੁਸ਼ਾਕ ਲਾ ਕੇ ਰੱਖ ਦਿੰਦਾ ਹੈ ਤੇ ਦੂਸਰੀ ਪੁਸ਼ਾਕ ਪਹਿਨ ਲੈਂਦਾ। ਪਹਿਲਾ ਜੋੜਾ ਲਾ ਦਿੰਦਾ ਹੈ ਜਿਹੜਾ ਸਵੇਰੇ ਪਾਇਆ ਸੀ। ਦੁਪਹਿਰ ਵੇਲੇ ਜਾ ਕਰਕੇ ਉਹ ਹੋਰ ਪੁਸ਼ਾਕ ਪਾ ਕਰਕੇ ਫਿਰ ਆਪਣੇ ਸਿੰਘਾਸਣ ਤੇ ਬਾਦਸ਼ਾਹ ਕੇ ਬੈਠ ਜਾਂਦਾ। ਭਾਈ ਸਾਹਿਬ ਕਹਿੰਦੇ ਹੁਣ ਜੋੜਾ ਬਦਲਣ ਦੇ ਨਾਲ ਬਾਦਸ਼ਾਹ ਥੋੜਾ ਬਦਲ ਗਿਆ, ਪੁਸ਼ਾਕ ਬਦਲਣ ਦੇ ਨਾਲ ਬਾਦਸ਼ਾਹ ਨਹੀਂ ਬਦਲਿਆ, ਨਾ ਉਹਦਾ ਤਖਤ ਹੀ ਬਦਲਿਆ। ਜਿਉਂ ਅਧ ਪਤ ਇੱਕ ਕੋਸ਼ਿਸ਼ ਤਜ ਕੈ, ਬੈਸੈ ਸਭਾ ਦੁਦੀਏ ਤਨ ਸਜ ਗੈ। ਦੂਸਰੀ ਪੁਸ਼ਾਕ ਸਜਾ ਕੇ ਫੇਰ ਆ ਕੇ ਸਭਾ ਚ ਬਾਦਸ਼ਾਹ ਬੈਠ ਗਿਆ। ਜਿਉਂ ਅਧ ਪਤ ਇੱਕ ਕੋਸ਼ਿਸ਼ ਤਜ ਕੈ, ਬੈਸੈ ਸਭਾ ਦੁਦੀਏ ਤਨ ਸਜ ਗੈ। ਤਿਉ ਖਡੂਰ ਮਹਿ ਆਨ ਬਿਰਾਜੇ, ਜਿਨ ਸਿਮਰਨ ਕਲ ਕਲ ਮਲ ਭਾਜੇ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਹੋ ਕਰਕੇ ਖਡੂਰ ਸਾਹਿਬ ਦੀ ਧਰਤੀ ਤੇ ਆ ਕਰਕੇ ਸੁਭਾਏਮਾਨ ਹੋਏ, ਸੰਗਤਾਂ ਨੂੰ ਦਰਸ਼ਨ ਦਿੱਤੇ। ਜਿਨ੍ਹਾਂ ਦਾ ਦਰਸ਼ਨ ਕੀਤਿਆਂ ਕਲਯੁਗ ਦੇ ਸਾਰੇ ਪਾਪ ਹੀ ਭੱਜ ਜਾਂਦੇ। ਐਸੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੋਤੀ ਸਰੂਪ। ਉਹ ਜੋਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਵਿੱਚ ਸਥਿਤ ਹੋਈ। ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਉਹ ਜੋਤ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਵਿੱਚ ਟਿਕਾ ਦਿੱਤੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪਣੀ ਜੋਤ, ਨਿਰੰਕਾਰੀ ਜੋਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਵਿੱਚ ਸਥਿਤ ਕੀਤੀ। ਅੱਗੇ ਤੋਂ ਅੱਗੇ ਉਹ ਜੋਤ ਚੱਲਦਿਆਂ 10 ਜਾਮਿਆਂ ਵਿੱਚ ਵਰਤੀ ਤੇ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਫਿਰ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੁਭਾਏਮਾਨ ਕੀਤੀ ਤੇ ਕਹਿ ਦਿੱਤਾ, ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਦੇ ਨਾਲ ਪੰਥ ਸਾਜਿਆ ਹੈ। ਸਾਡੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਸਾਡੀ ਜੁਗਤ ਖਾਲਸੇ ਪੰਥ ਦੇ ਵਿੱਚ ਹੈ, ਸਾਡੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਸਾਡਾ ਬਾਹਰੀ ਸਰੀਰ ਖਾਲਸੇ ਪੰਥ ਦੇ ਵਿੱਚ ਹੈ। ਤੋ ਐਸੇ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੋ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾ ਰਹੇ ਹਨ, ਫਿਰ ਨਾਰਾਇਣ ਨੂੰ ਪਰਮੇਸ਼ਰ ਸਦਾ ਸਲਾਮਤ ਹੈ, ਸਦਾ ਥਿਰ ਹੈ। ਫਿਰ ਗੁਰੂ ਤੇ ਗੁਰੂ ਸਾਹਿਬ ਜੀ ਵੀ ਸੰਸਾਰ ਤੇ ਸਦਾ ਸਲਾਮਤ ਹਨ, ਸਦਾ ਸਥਿਤ ਹਨ। ਫਿਰ ਸਾਚਾ ਵਿਚਾਰ, ਜੋ ਸਤਿਗੁਰੂ ਜੀ ਦਾ ਸੱਚਾ ਵਿਚਾਰ ਹੈ ਨਾ, ਸੱਚੀ ਵਿਚਾਰ ਧਾਰਾ ਹੈ, ਸੱਚਾ ਉਪਦੇਸ਼ ਹੈ, ਇਹ ਸੱਚਾ ਵਿਚਾਰ ਵੀ ਸਦਾ ਸਥਿਰ ਹੈ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਸਾਰਾ ਸੱਚਾ ਵਿਚਾਰ ਹੀ ਹੈ। ਸਾਧ ਸੰਗਤ, ਇਹ ਸਾਰਾ ਹੀ ਸੱਚਾ ਵਿਚਾਰ ਸਦਾ ਸਥਿਤ ਹੈ, ਸਦਾ ਸਥਿਰ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਇਹ ਸੱਚਾ ਵਿਚਾਰ ਸਦਾ ਸਥਿਤ ਹੈ। ਪਰਮੇਸ਼ਰ ਸਦਾ ਸਲਾਮਤ ਹੈ, ਗੁਰੂ ਸਦਾ ਸਲਾਮਤ ਹੈ ਤੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਸੱਚਾ ਵਿਚਾਰ ਸਦਾ ਵਾਸਤੇ ਸਲਾਮਤ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਗੁਰੂ ਗੋਬਿੰਦ ਸਦਾ ਵਾਸਤੇ ਰਹਿੰਦੇ ਤੇ ਗੁਰੂ ਪਰਮੇਸ਼ਰ ਦਾ ਨਾਮ ਸਦਾ ਰਹਿੰਦਾ ਹੈ। ਤੇ ਜਿਹੜੇ ਨਾਮ ਨੂੰ ਜਪਦੇ ਆ, ਨਾਮ ਨਾਲ ਜੁੜ ਕਰਕੇ ਉਹ ਸਾਧੂ ਜਨ ਵੀ ਸਦਾ ਹੀ ਰਹਿੰਦੇ। ਸਰੀਰ ਕਰਕੇ ਤਾਂ ਸਾਧ ਸੰਗਤ ਜੀ ਸਭ ਨੇ ਜਾਣਾ ਹੈ, ਪਰ ਉਹ ਆਤਮਾ ਕਰਕੇ ਅਮਰ ਤੇ ਅਬਿਨਾਸੀ ਹੋ ਜਾਂਦੇ ਹਨ, ਸਦਾ ਸਲਾਮਤ ਹੋ ਜਾਂਦੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ।
ਕਿਨ ਤੋਂ ਭਾਵ ਜਿਨ੍ਹਾਂ ਨੇ ਗੁਰੂ ਦਾ ਮੰਤਰ ਜਪਿਆ, ਗੁਰੂ ਦਾ ਨਾਮ ਜਪਿਆ, ਉਹ ਵੀ ਸਦਾ ਸਥਿਤ ਹੋ ਜਾਂਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਦਾ ਵਿਚਾਰ ਵੀ ਸਦਾ ਵਾਸਤੇ ਸਥਿਰ ਹੈ, ਸਦਾ ਵਾਸਤੇ ਕਾਇਮ ਹੈ। ਸੁਰ ਨਰ ਨਾਥ ਹੈ ਨਾਥ ਤੂੰ। ਗਰੀਬ ਨਵਾਜ ਕਹਿੰਦੇ, ਹੈ ਪ੍ਰਭੂ ਜੀ, ਤੂੰ ਇੱਥੇ ਜੋ ਤੂੰ ਪਦ ਵਰਤਿਆ ਹੈ ਨਾ, ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਆਖਿਆ ਮਹਾਰਾਜ ਸਾਹਿਬ ਜੀ, ਕਿਉਂਕਿ ਉਹ ਇੱਕੋ ਇੱਕ ਹੈ, ਬਹੁਤੇ ਨਹੀਂ ਹਨ। ਇਸ ਕਰਕੇ ਬਹੁਤੀ ਵਾਰੀ ਗੁਰੂ ਕੀ ਬਾਣੀ ਵਿੱਚ ਪਰਮੇਸ਼ਰ ਨੂੰ ਤੂੰ ਕਹਿ ਕੇ ਤੇ ਸੰਬੋਧਨ ਕੀਤਾ ਗਿਆ। ਕਿਤੇ ਟਿੱਪੀ ਦੇ ਸਹਿਤ ਆਉਂਦਾ ਹੈ ਪਾਠ, ਕਿਤੇ ਟਿੱਪੀ ਤੋਂ ਬਿਨਾਂ ਆਉਂਦਾ, ਜਿਵੇਂ ਇੱਥੇ ਟਿੱਪੀ ਤੋਂ ਬਿਨਾਂ ਹੈ ਤੂੰ ਨਾਥ ਤੂੰ। ਇਹ ਪ੍ਰਭੂ ਤੂੰ ਨਾਥ ਹੈ, ਤੂੰ ਸਾਰਿਆਂ ਦਾ ਮਾਲਕ ਹੈ। ਤੂੰ ਉਸ ਨੂੰ ਤਾਂ ਆਖਿਆ ਹੈ। ਸਾਧ ਸੰਗਤ ਜੀ, ਮਹਾਂਪੁਰਖ ਦੱਸਦੇ, ਗੁਰਮੁਖ ਪਿਆਰੇ ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਹੋਇਆਂ, ਗੁਰੂ ਕੀ ਬਾਣੀ ਦੀ ਸੰਥਿਆ ਕਰਾਉਂਦਿਆਂ ਹੋਇਆਂ ਕਹਿੰਦੇ ਹਨ ਕਿ ਆਮ ਸਾਡੀ ਸੰਸਾਰੀ ਬੋਲੀ ਦੇ ਵਿੱਚ ਜੇ ਕਿਸੇ ਨੂੰ ਤੂੰ ਕਹਿ ਕੇ ਬੁਲਾਈਏ ਤੇ ਅਗਲਾ ਗੁੱਸਾ ਕਰ ਜਾਂਦਾ ਵੀ ਇਹਨੂੰ ਤਾਂ ਕੋਈ ਅਕਲ ਹੀ ਨਹੀਂ ਹੈਗੀ, ਇਹ ਤੇ ਅਨਪੜ੍ਹ ਬੰਦਾ ਹੈ, ਇਹਨੂੰ ਪਤਾ ਹੀ ਨਹੀਂ ਹੈ ਕਿ ਦੂਸਰੇ ਨੂੰ ਬੁਲਾਉਣਾ ਹੈ ਤੇ ਬਹੁਵਚਨ 'ਚ ਬੁਲਾਈਦਾ। ਵੀ ਤੁਸੀਂ ਕਿਉਂ ਨਹੀਂ ਆਖਿਆ, ਆਪ ਜੀ ਕਿਉਂ ਨਹੀਂ ਆਖਿਆ, ਤੁਸੀਂ ਆਪ ਜੀ। ਕਹਿੰਦੇ ਭਾਈ, ਇਹ ਮਹਾਰਾਜ ਸਾਹਿਬ ਜੀ ਨੇ ਇਹ ਧੁਰ ਕੀ ਬਾਣੀ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਹਜ਼ਾਰਾਂ ਵਾਰੀ ਤੂੰ ਆਖਿਆ ਹੈ। ਇਹ ਪ੍ਰੇਮ ਦੀ ਬੋਲੀ ਹੈ, ਪ੍ਰੇਮ ਦੀ ਬੋਲੀ। ਔਰ ਇਹ ਕਾਰਨ ਹੈ ਕਿ ਪਰਮੇਸ਼ਰ ਬਹੁਤੇ ਨਹੀਂ ਹਨ, ਉਹ ਇੱਕੋ ਹੀ ਆ। ਤਾਂ ਕਰਕੇ ਤੂੰ ਵਰਤਿਆ ਉਹਦੇ ਵਾਸਤੇ, ਇੱਕ ਵਚਨ ਵਿੱਚ ਉਹਨੂੰ ਆਖਿਆ ਹੈ, ਕਿਉਂਕਿ ਉਹਦੇ ਵਰਗਾ ਕੋਈ ਦੂਜਾ ਨਹੀਂ ਹੈ, ਬਹੁਤੇ ਨਹੀਂ ਹਨ। ਤੇ ਦੂਸਰਾ, ਇਹ ਪ੍ਰੇਮ ਦੀ ਬੋਲੀ ਹੈ, ਨੇੜਤਾ ਦੀ ਇਹ ਭਾਸ਼ਾ ਹੈ, ਨੇੜਤਾ ਦੀ, ਨੇੜੇ ਵਾਲੀ ਬੋਲੀ ਹੈ। ਜਿੰਨੀ ਜ਼ਿਆਦਾ ਨੇੜਤਾ ਹੋਵੇਗੀ ਨਾ, ਉੱਥੇ ਬਹੁਤੇ ਅੱਖਰ ਵਿਆਕਰਨ ਵਾਂਗੂ ਨਹੀਂ ਉੱਥੇ ਵਰਤੇ ਜਾਂਦੇ ਹਨ। ਵੀ ਆਪ ਜੀ, ਤੁਸੀਂ ਜੀ, ਇਹ ਜ਼ਿਆਦਾ ਉਪਰੇ ਵਾਸਤੇ ਵਰਤੇ ਜਾਂਦੇ ਹਨ। ਜਿੱਥੇ ਦੂਸਰੇ ਨੂੰ ਵੱਡਾ ਜਾਂ ਆਪਣੇ ਆਪ ਨੂੰ ਛੋਟਾਪਣ ਜਾਂ ਇਸੇ ਤਰ੍ਹਾਂ ਉਪਰਾਪਣ ਜਿਹਾ ਹੋਵੇ, ਉੱਥੇ ਵੇਖੋ ਜਿੱਥੇ ਘਰ ਵਿੱਚ ਇਕੱਠੇ ਮੈਂਬਰ ਰਹਿੰਦੇ, ਉੱਥੇ ਕਈ ਵਾਰੀ ਅੱਧਾ ਨਾਂ ਲੈ ਕੇ ਵੀ ਬੁਲਾ ਲੈਂਦੇ। ਹਰ ਇੱਕ ਬੰਦੇ ਦੇ ਦੋ ਨਾਂ ਹੁੰਦੇ ਆ, ਇੱਕ ਜਿਹੜਾ ਬਾਹਰ ਚੱਲਦਾ ਵਾ ਸਮਾਜ ਦੇ ਵਿੱਚ, ਜਾਂ ਜਿਹੜਾ ਲਿਖਤੀ ਤੌਰ ਤੇ ਆਪਾਂ ਲਿਖਦੇ ਆ, ਤੇ ਇੱਕ ਉਹਦਾ ਅੱਧਾ ਨਾਂ ਹੁੰਦਾ ਜਿਹੜਾ ਘਰਦਿਆਂ ਨੇ ਰੱਖਿਆ ਹੁੰਦਾ। ਉੱਥੇ ਉਹ ਅੱਧੇ ਨਾਂ ਨਾਲ ਕਿਉਂ ਬੁਲਾਉਂਦੇ ਆ? ਮਾਂ ਪਿਤਾ ਅੱਧੇ ਨਾਂ ਨਾਲ ਹੀ ਆਵਾਜ਼ ਮਾਰ ਲੈਂਦੇ ਆਪਣੇ ਪੁੱਤ ਨੂੰ, ਆਪਣੀ ਧੀ ਨੂੰ, ਕਿਉਂਕਿ ਉੱਥੇ ਉਹ ਨੇੜਤਾ ਹੁੰਦੀ ਹੈ, ਨੇੜਤਾ, ਨੇੜੇ ਦੀ ਗੱਲ ਹੁੰਦੀ, ਉੱਥੇ ਪ੍ਰੇਮ ਹੁੰਦੀ ਹੈ, ਪ੍ਰੇਮ ਹੁੰਦਾ ਹੈ। ਇਸ ਕਰਕੇ ਉੱਥੇ ਫਿਰ ਤੂੰ ਵੀ ਕਹਿ ਦਿੱਤਾ ਜਾਂਦਾ ਹੈ। ਮਾਤਾ ਆਵਾਜ਼ ਮਾਰਦੀ ਹੈ, ਪਿਤਾ ਆਵਾਜ਼ ਮਾਰਦਾ ਹੈ, ਉੱਥੇ ਤੂੰ ਕਹਿ ਕੇ ਵੀ ਬੁਲਾ ਲਿਆ ਜਾਂਦਾ, ਅੱਧਾ ਨਾਂ ਲੈ ਕੇ ਵੀ ਬੁਲਾ ਲਿਆ ਜਾਂਦਾ। ਉੱਥੇ ਕੋਈ ਗੁੱਸਾ ਵੀ ਨਹੀਂ ਕਰਦਾ, ਕਿਉਂਕਿ ਆਪਣੇ ਨੇ ਆਖਿਆ। ਜੇ ਉਸੇ ਥਾਂ ਤੇ, ਆਪਣੀ ਥਾਂ ਤੇ ਕੋਈ ਬਗਾਨਾ, ਕੋਈ ਬਾਹਰ ਵਾਲਾ ਤੂੰ ਕਹਿ ਕੇ ਬੋਲਦਾ, ਤੇ ਉਸੇ ਵੇਲੇ ਕਹਿੰਦੇ ਤੈਨੂੰ ਬੋਲਣ ਦਾ ਢੰਗ ਨਹੀਂ, ਤੈਨੂੰ ਪਤਾ ਨਹੀਂ, ਤੂੰ ਨਹੀਂ ਬੋਲੀਦਾ। ਪਰ ਗੁਰਬਾਣੀ ਵਿੱਚ ਸਾਧ ਸੰਗਤ ਜੀ ਪਰਮੇਸ਼ਰ ਨੂੰ ਤੂੰ ਕਹਿ ਕੇ ਸੰਬੋਧਨ ਕੀਤਾ ਹੈ। ਇੱਕ ਵਾਰੀ ਨਹੀਂ, ਹਜ਼ਾਰਾਂ ਵਾਰੀ ਆਖਿਆ ਹੈ, ਕਿਉਂਕਿ ਉਹ ਇੱਕੋ ਹੀ ਆ, ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਜਿਵੇਂ ਅਰਦਾਸ ਕਰਦੇ ਤੇ ਉੱਥੇ ਵੀ ਇਹ ਬਚਨ ਆਉਂਦਾ, ਤੂੰ ਠਾਕੁਰ ਤੁਮ ਪਹਿ ਅਰਦਾਸ। ਉੱਥੇ ਤੂੰ ਹੀ ਆਖਿਆ, ਉੱਥੇ ਨਹੀਂ ਆਖਿਆ ਤੁਸੀਂ ਠਾਕੁਰ, ਉੱਥੇ ਆਖਿਆ ਤੂੰ ਠਾਕੁਰ ਤੁਮ ਪਹਿ ਅਰਦਾਸ। ਇੱਥੇ ਮਹਾਰਾਜ ਕਹਿੰਦੇ ਆ, ਸੁਰ ਨਰ ਨਾਥ ਹੈ ਨਾਥ ਤੂੰ। ਸੁਰ ਜਿੰਨੇ ਵੀ ਦੇਵਤੇ ਹਨ, ਇਹ ਪ੍ਰਭੂ ਤੂੰ ਉਹਨਾਂ ਸਾਰਿਆਂ ਦਾ ਵੀ ਨਾਥ, ਮਾਲਕ ਹੈ। ਨਾਥ ਜਿੰਨੇ ਵੀ ਮਨੁੱਖ, ਇਹਨਾਂ ਮਨੁੱਖਾਂ ਸਾਰਿਆਂ ਦਾ ਵੀ ਤੂੰ ਨਾਥ ਹੈ। ਨਾਥ ਹੈ ਨਾਥ ਤੂੰ। ਤੇ ਜਿਹੜੇ ਆਪਣੇ ਆਪ ਨੂੰ ਨਾਥ ਵੀ ਕਹਾਉਂਦੇ ਆ,
ਜੋਗੀਆਂ ਦੇ ਵਿੱਚ, ਸਿੱਧਾਂ ਦੇ ਵਿੱਚ 9 ਨਾਥ ਵੀ ਹਨ। ਉਹ ਆਪਣੇ ਆਪ ਨੂੰ ਨਾਥ ਕਹਾਉਂਦੇ। ਗੋਰਖਨਾਥ, ਭੰਗਰਨਾਥ, ਝੰਗਰਨਾਥ ਆਦਿਕ। ਉਹਨਾਂ ਨਾਥਾਂ ਦਾ ਵੀ ਤੂੰ ਨਾਥ, ਨਾਥ ਮੈਨੇ ਮਾਲਕ, ਨਾਥ ਦਾ ਅਰਥ ਹੈ ਸੁਆਮੀ। ਇਹ ਪ੍ਰਭੂ ਤੂੰ ਦੇਵਤਿਆਂ ਦਾ ਵੀ, ਮਨੁੱਖਾਂ ਦਾ ਵੀ, ਤੇ ਸਿੱਧਾਂ ਵਿੱਚੋਂ ਜਿਹੜੇ ਨਾਥ ਆਪਣੇ ਆਪ ਨੂੰ ਕਹਾਉਣੇ, ਉਹਨਾਂ ਸਾਰਿਆਂ ਦਾ ਨਾਥ ਤੂੰ ਹੈ, ਉਹਨਾਂ ਸਾਰਿਆਂ ਦਾ ਮਾਲਕ ਤੂੰ ਹੈ। ਇਹਦਾ ਭਾਵ ਕੀ ਹੋਇਆ? ਸਾਰੀ ਸ੍ਰਿਸ਼ਟੀ ਦਾ ਹੀ ਮਾਲਕ ਤੂੰ ਹੈ। ਬਾਕੀ ਸਾਰੇ ਤੇਰੇ ਤੋਂ ਛੋਟੇ ਹੀ ਆ, ਸਾਰਿਆਂ ਦਾ ਮਾਲਕ ਇਹ ਪਰਮੇਸ਼ਰ ਵਾਹਿਗੁਰੂ ਤੂੰ ਆਪ ਹੀ ਹੈ। ਜਿਵੇਂ ਸੁਭਾਵਿਕ ਕਿਹਾ ਜਾਵੇ ਕਿ ਵੱਡਾ ਕੌਣ ਹੈ, ਤੇ ਉਸ ਵੇਲੇ ਸੰਸਾਰ ਦੇ ਵਿੱਚ ਕੋਈ ਕਿਸੇ ਨੂੰ ਵੱਡਾ ਕਹਿੰਦਾ ਹੈ, ਕੋਈ ਕਿਸੇ ਨੂੰ ਵੱਡਾ ਕਹਿੰਦਾ ਹੈ। ਆਮ ਕਰਕੇ ਲੋਕੀ ਇਸ ਤਰ੍ਹਾਂ ਵੀ ਕਹਿੰਦੇ ਆ ਜੀ ਇਹ ਸਾਡੇ ਵੱਡੇ ਵਡੇਰਿਆਂ ਦਾ ਥਾਂ ਹੈ, ਇਹ ਵੱਡੇ ਵਡੇਰੇ। ਕੋਈ ਜਠੇਰੇ ਕਹਿ ਦਿੰਦੇ, ਕੋਈ ਵੱਡੇ ਵਡੇਰੇ ਕਹਿ ਦਿੰਦੇ। ਸੰਸਾਰ 'ਚ ਲੋਕਾਂ ਨੇ ਜਗ੍ਹਾ ਵੀ ਬਣਾਈਆਂ ਹੋਈਆਂ। ਜੇਠ ਨਾਮ ਵੀ ਵੱਡੇ ਦਾ ਹੁੰਦਾ, ਜਿਵੇਂ ਦਿਓਰ ਛੋਟੇ ਨੂੰ ਕਹਿ ਦਿੰਦੇ, ਜੇਠ ਵੱਡੇ ਨੂੰ ਕਹਿ ਦਿੰਦੇ। ਤੇ ਜਠੇਰੇ ਵੱਡਿਆਂ ਨੂੰ ਹੋਰ ਕਹਿ ਦਿੰਦੇ, ਜਿਨ੍ਹਾਂ ਬਾਰੇ ਸ਼ਾਇਦ ਪਤਾ ਨਾ ਹੀ ਹੋਵੇ। ਕਹਿੰਦੇ ਵੀ ਇਹ ਸਾਡੀ ਕੁਲ ਵਿੱਚ ਹੋਏ ਆ, ਸਾਡੇ ਖਾਨਦਾਨ ਵਿੱਚ ਹੋਏ ਆ, 5-7 ਪੀੜ੍ਹੀਆਂ ਤੋਂ ਪਹਿਲਾਂ ਹੋਏ ਆ, ਇਸ ਕਰਕੇ ਇਹਨਾਂ ਨੂੰ ਅਸੀਂ ਵਡੇਰੇ ਕਹਿ ਦਿੰਦੇ ਆ ਜਾਂ ਜਠੇਰੇ ਕਹਿ ਦਿੰਦੇ ਆ। ਪਰ ਜੇ ਜਠੇਰਿਆਂ ਤੋਂ ਪਿੱਛੇ ਵੇਖੋ ਤੇ ਸਭ ਤੋਂ ਵੱਡਾ, ਸਭ ਦਾ ਮਾਲਕ ਤਾਂ ਪਰਮੇਸ਼ਰ ਹੀ ਆ। ਬਾਕੀ ਤੇ ਸਾਰੇ ਉਹਦੇ ਅੱਗੇ ਛੁਟੇਰੇ ਹੀ ਆ, ਛੋਟੇ ਹੀ ਆ। ਸਭ ਤੋਂ ਵੱਡਾ ਜਠੇਰਾ ਤੇ ਰੱਬ ਹੀ ਆ, ਉਹਦੇ ਤੋਂ ਪਹਿਲਾਂ ਤੇ ਕੋਈ ਨਹੀਂ ਸੀ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ। ਉਹਨਾਂ ਕਿਸੇ ਪ੍ਰੇਮੀ ਨੂੰ ਪੁੱਛਿਆ, ਕਹਿੰਦੇ ਭਾਈ ਵੱਡਾ ਸਭ ਤੋਂ ਕੌਣ, ਕਿਹਨੂੰ ਵੱਡਾ ਮੰਨਦਾ? ਕਹਿਣ ਲੱਗੇ ਜੀ ਸਾਡੇ ਦਾਦਾ ਜੀ। ਕਹਿੰਦੇ ਉਹਨਾਂ ਤੋਂ? ਕਹਿੰਦੇ ਪੜਦਾਦਾ ਜੀ। ਜਿਸੋਂ ਤੀਕ ਪਤਾ ਸੀ ਉਹਨੇ ਦੱਸਿਆ। ਕਹਿੰਦੇ ਉਹਨਾਂ ਤੋਂ ਪਿੱਛੇ ਕੌਣ ਹੈ? ਕਹਿੰਦਾ ਜੀ ਉਹਨਾਂ ਤੋਂ ਪਿੱਛੇ ਤਾਂ ਫਿਰ ਬ੍ਰਹਮਾ ਹੀ ਹੈ ਨਾ। ਭਗਤ ਜੀ ਕਹਿੰਦੇ ਬ੍ਰਹਮਾ ਤੋਂ ਪਿੱਛੇ? ਕਹਿੰਦੇ ਇਸੇ ਤਰ੍ਹਾਂ ਵਿਸ਼ਨੂੰ, ਸ਼ਿਵ ਜੀ। ਕਹਿੰਦੇ ਉਹਨਾਂ ਤੋਂ ਪਿੱਛੇ? ਕਹਿੰਦੇ ਸਭ ਤੋਂ ਪਿੱਛੇ ਤਾਂ ਭਗਤ ਜੀ ਦੱਸਾਂ ਵੀ ਸਾਰਿਆਂ ਤੋਂ ਪਿੱਛੇ ਤੇ ਸਭ ਤੋਂ ਵੱਡਾ ਤੇ ਫਿਰ ਪਰਮੇਸ਼ਰ ਹੀ ਆ ਨਾ। ਤੇ ਕਹਿੰਦੇ ਇੰਨੇ ਅੱਧਾ ਘੰਟਾ ਲਾ ਗਿਆ ਦੱਸਿਆ ਹੀ, ਤੇ ਸਭ ਤੋਂ ਪਹਿਲਾਂ ਹੀ ਕਹਿ ਦਿੰਦਾ ਵੀ ਸਭ ਤੋਂ ਵੱਡਾ ਰੱਬ ਆ, ਸਭ ਤੋਂ ਵੱਡਾ ਪਰਮੇਸ਼ਰ ਆ। ਬਾਕੀ ਸਾਰੇ ਦੇਵੀ ਦੇਵਤੇ, ਸਭ ਮਨੁੱਖ ਜਿੰਨੇ ਵੀ ਹਨ, ਉਹ ਸਾਰੇ ਕਿਰਤਵਾ ਉਹਦੀ, ਤੇ ਸਭ ਤੋਂ ਵੱਡਾ ਤੇ ਕਰਤਾ ਪੁਰਖ ਉਹ ਪਰਮੇਸ਼ਰ ਹੀ ਆ। ਹੁਣ ਜਿਹੜਾ ਮਹੀਨਾ ਅੱਗੇ ਆਰੰਭ ਹੋਣਾ ਨਾ, ਵਿਸਾਖ ਦਾ ਚੱਲਣ ਡਿਆ ਤੇ ਅੱਗੇ ਜੇਠ ਦਾ ਆਉਣਾ, ਤੇ ਜੇਠ ਦੇ ਵਿੱਚ ਫਿਰ ਮਹਾਰਾਜ ਨੇ ਉਪਦੇਸ਼ ਦੇਣਾ, ਗਰੀਬ ਨਵਾਜ ਨੇ ਕਹਿਣਾ ਕਿ ਜਿਹੜਾ ਸਾਰਿਆਂ ਤੋਂ ਵੱਡਾ ਹੈ ਨਾ ਉਹਦੇ ਨਾਲ ਜੁੜੋ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਜਿਹਦੇ ਅੱਗੇ ਸਾਰੇ ਨਿਵਦੇ ਆ, ਸਾਰੇ ਝੁਕਦੇ, ਉਹ ਸਭ ਤੋਂ ਵੱਡਾ ਤੇ ਉਹਦੇ ਨਾਲ ਜੁੜੋ ਭਾਈ। ਉਹ ਸਾਰਿਆਂ ਦਾ ਮਾਲਕ ਹੈ। ਨਾਥ ਤੂੰ, ਇਹ ਪ੍ਰਭੂ ਤੂੰ ਦੇਵਤਿਆਂ ਦਾ ਵੀ, ਮਨੁੱਖਾਂ ਦਾ ਵੀ, ਜਿਹੜੇ ਆਪਣੇ ਆਪ ਨੂੰ ਨਾਥ ਕਹਾਉਂਦੇ ਆ ਨਾ ਸਿੱਧਾਂ ਵਿੱਚੋਂ, ਉਹਨਾਂ ਦਾ ਵੀ ਤੂੰ ਨਾਥ ਹੈ। ਤੇ ਨਾਥ ਨੂੰ ਤਾਂ ਆਖਿਆ ਵਾ, ਉਹਨੇ ਸਾਰਿਆਂ ਦੇ ਨੱਥ ਪਾਈ ਹੋਈ। ਉਹਦੀ ਨੱਥ ਤੋਂ ਬਿਨਾ ਕੋਈ ਵੀ ਨਹੀਂ ਹੈ। ਦੇਵਤਿਆਂ ਦੇ ਉੱਤੇ ਵੀ ਉਹਦੇ ਹੁਕਮ ਦੀ ਨੱਥ ਚੱਲਦੀ। ਪਰਮੇਸ਼ਰ ਨੇ ਦੇਵਤਿਆਂ ਨੂੰ ਵੀ ਆਪਣੇ ਹੁਕਮ ਦੇ ਵਿੱਚ ਹੀ ਪੈਦਾ ਕੀਤਾ, ਤੇ ਉਹਨਾਂ ਦੇ ਵੀ ਹੁਕਮ ਰੂਪੀ ਨੱਥ ਪਾਈ ਹੋਈ। ਸਿੱਧਾ ਨਾਥਾਂ ਦੇ ਵੀ ਆਪਣੀ ਹੁਕਮ ਰੂਪੀ ਨੱਥ ਪਾਈ ਹੋਈ। ਤੇ ਜਿੰਨੇ ਅਸੀਂ ਇਨਸਾਨ ਮਨੁੱਖ ਹਾਂ, ਸਾਡੇ ਮਨੁੱਖਾਂ ਦੇ ਉੱਤੇ ਵੀ ਉਹਨੇ ਆਪਣੇ ਹੁਕਮ ਦੀ ਨੱਥ ਪਾਈ ਹੋਈ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਬਾਣੀ ਜਿਸ ਤਰ੍ਹਾਂ ਵੀ ਕਥਨ ਕੀਤਾ ਕਿ ਸਾਰਿਆਂ ਦੇ ਨੱਕ ਵਿੱਚ ਨੱਥ ਆ, ਦਿਸਦੀ ਨਹੀਂ, ਹੱਥ ਪਰਮੇਸ਼ਰ ਦੇ ਆ। ਜਿਵੇਂ ਪਸ਼ੂਆਂ ਨੂੰ ਨੱਥ ਮਾਰੀ ਜਾਂਦੀ ਆ, ਆ ਬਲਦਾਂ ਨੂੰ, ਝੋਟਿਆਂ ਨੂੰ ਨੱਥ ਮਾਰਦੇ ਆ ਜ਼ਿਮੀਂਦਾਰ, ਜਿਹੜਾ ਅੜੀ ਜੀ ਕਰੇ ਤੇ ਉਹਨੂੰ ਫਿਰ ਨੱਥ ਮਾਰੀ ਜਾਂਦੀ ਹੈ। ਕਈ ਤੇ ਗਾਵਾਂ ਨੂੰ ਵੀ ਨੱਥਾਂ ਮਾਰ ਲੈਂਦੇ ਨੇ, ਤਾਂ ਫਿਰ ਹੱਥ ਵਿੱਚ ਬੜੀ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਹੱਥ ਵਿੱਚ, ਕਰਤਾਰ ਦੇ ਹੱਥ ਵਿੱਚ ਸਾਰਿਆਂ ਦੇ ਉਹਨੇ ਨੱਥ ਮਾਰੀ ਹੋਈ ਹੈ। ਨੱਕ ਨੱਥ, ਖਸਮ ਹੱਥ। ਨੱਕ ਵਿੱਚ ਨੱਥ ਹੈ ਸਾਰਿਆਂ ਦੇ, ਤੇ ਖਸਮ ਮਾਲਕ ਦੇ ਹੱਥ ਵਿੱਚ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਤੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਉਹ ਪਰਮੇਸ਼ਰ ਸਾਰਿਆਂ ਨੂੰ ਨੱਥਣ ਵਾਲਾ ਹੈ।
ਆਪ ਨਾਥ ਨਾਥੀ ਸਭ ਜਾ ਕੇ ਰਿਤ ਸਿੱਧ ਅਵਰਾ ਸਾਧ। ਆਪ ਨਾਥ ਮਾਲਕ ਹੈ ਸਭ ਦਾ, ਉਹਦੀ ਨੱਥੀ ਹੋਈ ਸਾਰੀ ਸ੍ਰਿਸ਼ਟੀ, ਉਹਨੇ ਸਾਰਿਆਂ ਦੇ ਹੁਕਮ ਰੂਪੀ ਨੱਥ ਪਾਈ ਹੋਈ। ਕੋਈ ਲੱਗੇ ਤਾਂ ਵਿਖਾ ਦਿਓ ਉਹਦੀ ਨੱਥ ਤੋਂ ਗਾਹ ਪਿਛਾਂ ਖਿੱਚ ਕੇ ਨਰੜ ਕੇ ਬੰਨ ਦਿੰਦਾ ਵਾ। ਐਸੀ ਹੁਕਮ ਰੂਪੀ ਨੱਥ ਹੈ ਉਹਦੀ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆ ਹੈ। ਇਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ। ਇਹੀ ਨੱਥ ਵਾ ਉਹਦੇ ਹੁਕਮ ਦੀ ਨੱਥ। ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਇਹ ਪ੍ਰਭੂ ਜੀ ਦੇਵਤਿਆਂ ਮਨੁੱਖਾਂ ਤੇ ਨਾਥਾਂ ਦੇ ਆਪ ਮਾਲਕ ਸੁਆਮੀ ਹੋ। ਨਿਧਾਰਾ ਆਧਾਰ ਨਿਆਸਰਿਆਂ ਨੂੰ ਆਧਾਰ ਆਸਰਾ ਦੇਣ ਵਾਲੇ ਆਪ ਹੀ। ਨਿਧਾਰਾ ਜਿਨ੍ਹਾਂ ਨੂੰ ਆਧਾਰ ਨਹੀਂ ਆਸਰਾ ਨਹੀਂ, ਉਹਨਾਂ ਨੂੰ ਤੁਸੀਂ ਹੀ ਆਸਰਾ ਦੇਣ ਵਾਲੇ। ਸਾਰਿਆਂ ਦੇ ਆਸਰਿਆਂ ਨੂੰ ਆਪ ਜੀ ਨੇ ਆਸਰਾ ਦਿੱਤਾ ਹੋਇਆ ਹੈ। ਇਸੇ ਤਰ੍ਹਾਂ ਨਿਧਾਰਾ ਆਪ ਆਸਰੇ ਤੋਂ ਰਹਿ ਤੋ ਤੁਸੀਂ ਨਹੀਂ ਕਿਸੇ ਤੋਂ ਆਸਰਾ ਲੈਂਦੇ। ਆਪ ਜੀ ਕਿਸੇ ਤੋਂ ਆਸਰਾ ਨਹੀਂ ਭਾਲਦੇ ਹੋ ਤੇ ਆਪ ਸਾਰਿਆਂ ਨੂੰ ਆਸਰਾ ਦਿੱਤਾ ਹੋਇਆ ਹੈ। ਸਰਵੇ ਥਾਨ ਅਨੰਤਰੀ ਸਾਰੀਆਂ ਥਾਵਾਂ ਦੇ ਵਿੱਚ ਆਪ ਵਸਦੇ ਹੋ। ਅਨੰਤਰੀ ਥਾਵਾਂ ਦੇ ਅੰਤਰਗਤ ਵੀ ਤੁਸੀਂ ਹੀ ਹੋ। ਤੂੰ ਦਾਤਾ ਦਾਤਾਰ ਇਹ ਪ੍ਰਭੂ ਤੂੰ ਦਾਤਾ ਹੈ। ਦਾਤਾਰ ਵੱਡਾ ਦਾਤਾ ਹੈ। ਜਿਹੜੇ ਦਾਤੇ ਬਣੇ ਹੋਏ ਆ ਸੰਸਾਰ ਦੇ ਵਿੱਚ ਉਹ ਵੀ ਆਪ ਜੀ ਦੇ ਬਣਾਏ ਹੋਏ ਹਨ। ਤੂੰ ਉਹਨਾਂ ਦਾਤਿਆਂ ਦਾ ਵੀ ਦਾਤਾਰ ਹੈ, ਦਾਤਿਆਂ ਦਾ ਵੀ ਵੱਡਾ ਦਾਤਾ ਹੈ। ਸੰਸਾਰ ਵਿੱਚ ਕਿੰਨੇ ਦਾਤੇ ਹਨ, ਕਿੰਨੇ ਦਾਨੀ ਹਨ। ਜਿਹੜਾ ਕੋਈ ਦਾਨ ਕਰੇ ਉਹਨੂੰ ਸਾਧ ਸੰਗਤ ਜੀ ਦਾਨੀ ਕਿਹਾ ਜਾਂਦਾ ਜਾਂ ਦਾਤਾ ਕਿਹਾ ਜਾਂਦਾ ਹੈ। ਦਾਨ ਕਰਨ ਵਾਲੇ ਨੂੰ ਦਾਤਾ ਕਿਹਾ ਜਾਂਦਾ ਹੈ, ਲੈਣ ਵਾਲੇ ਨੂੰ ਭਿਖਾਰੀ ਕਿਹਾ ਜਾਂਦਾ ਹੈ। ਤੇ ਜਿੰਨੇ ਸੰਸਾਰ ਦੇ ਵਿੱਚ ਦਾਤੇ ਆ ਉਹਨਾਂ ਨੂੰ ਕਿਹਨੇ ਪੈਦਾ ਕੀਤਾ? ਵਾਹਿਗੁਰੂ ਨੇ, ਅਕਾਲ ਪੁਰਖ ਨੇ। ਫਿਰ ਜਿੰਨੇ ਦਾਨ ਕਰਦੇ ਆ ਉਹਨਾਂ ਨੂੰ ਦਾਨ ਦਿੱਤਾ ਕਿਹਨੇ? ਉਸ ਦਾਤੇ ਵੱਡੇ ਨੇ। ਇਸ ਕਰਕੇ ਜਿਹੜੇ ਦਾਤੇ ਆ ਸੰਸਾਰ ਵਿੱਚ ਆਪਣੇ ਆਪ ਨੂੰ ਕਹਾਉਂਦੇ, ਉਹਨਾਂ ਦਾਤਿਆਂ ਦਾ ਵੀ ਹੈ ਪ੍ਰਭੂ ਤੂੰ ਦਾਤਾਰ ਵੱਡਾ ਦਾਤਾ ਹੈ। ਤੇਰੇ ਨਾਲੋਂ ਵੱਡਾ ਦਾਤਾ ਕੋਈ ਵੀ ਨਹੀਂ ਹੈ। ਬਾਕੀ ਸਾਰੇ ਤੇ ਜਾਚਕ ਹੀ ਆ, ਤੂੰ ਹੀ ਇੱਕੋ ਇੱਕ ਦਾਤਾ ਹੈ। ਜਾਚਕ ਅਨੇਕ ਸੋ ਏਕ ਦਿਵਈਆ, ਇੱਕੋ ਇੱਕ ਦਿਵਈਆ ਦੇਣ ਵਾਲਾ ਹੈ। ਬਾਕੀ ਸਾਰਾ ਸੰਸਾਰ ਤੇਰੇ ਦਰ ਦਾ ਭਿਖਾਰੀ ਹੈ, ਤੇਰੇ ਦਰ ਦਾ ਮੰਗਤਾ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਕਹ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ। ਮਹਾਰਾਜ ਕਹਿੰਦੇ ਮਨਾ ਉਸ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਜਿਹੜਾ ਸਾਰੇ ਜਗਤ ਨੂੰ ਦਾਤਾਂ ਦੇਣ ਵਾਲਾ ਹੈ। ਭਿਖਾਰੀਆਂ ਤੋਂ ਕੀ ਮੰਗਣਾ? ਮੰਗਣਾ ਤੇ ਦਾਤੇ ਤੋਂ ਮੰਗ। ਭਗਤ ਧੰਨਾ ਜੀ ਨੇ ਆਖਿਆ ਮੈਨੂੰ ਤੇ ਛੋਟੀ ਤੋਂ ਛੋਟੀ ਵਸਤੂ ਵੀ ਚਾਹੀਦੀ ਤੇ ਮੈਂ ਤੇ ਹੈ ਪਰਮੇਸ਼ਰ ਤੇਰੇ ਤੋਂ ਮੰਗਣਾ ਵਾ, ਹੋਰ ਕਿਸੇ ਤੋਂ ਨਹੀਂ ਮੰਗਣਾ। ਸਭ ਕੁਝ ਭਗਤ ਧੰਨਾ ਜੀ ਨੇ ਵਾਹਿਗੁਰੂ ਦੇ ਕੋਲੋਂ ਮੰਗਿਆ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਰਹਾਓ। ਦਾਲ ਸਿੱਧਾ ਮੰਗੋ ਕਿ ਉਹਨੇ ਕਿਹਾ ਮੈਨੂੰ ਦਾਲ ਵੀ ਚਾਹੀਦੀ ਤੇਰੇ ਤੋਂ ਹੀ ਮੰਗਦਾ, ਆਟਾ ਚਾਹੀਦਾ ਤਾਂ ਵੀ ਤੇਰੇ ਤੋਂ ਮੰਗਦਾ। ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ। ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਵਨ ਚੰਗੀ ਜਨ ਧੰਨਾ ਲੇਵੈ ਮੰਗੀ। ਕਿਉਂਕਿ ਦਾਤਾ ਇੱਕੋ ਹੈ, ਬਾਕੀ ਸਾਰਾ ਸੰਸਾਰ ਭਿਖਾਰੀ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਕਈ ਵਾਰੀ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਹੈ, ਸਮਝ ਲੈਂਦਾ ਵੀ ਮੈਂ ਹੀ ਦਾਤਾ ਹਾਂ। ਜੇ 2-4 ਜਾਣਿਆਂ ਨੂੰ ਰੋਟੀ ਖਵਾਤੀ ਨਾ ਇਹਨੇ, 5-7 ਜਾਣਿਆਂ ਨੂੰ ਪਾਣੀ ਪਿਆਤਾ, ਜਾਂ ਕੋਈ 10-15 ਜਾਣੇ ਦੇ ਥੱਲੇ ਕੰਮ ਕਰਦੇ ਉਹਨਾਂ ਦੇ ਉੱਤੇ ਅਫਸਰ ਜਿਹਾ ਲੱਗ ਗਿਆ ਹੈ, ਇਹਨੂੰ ਭੁਲੇਖਾ ਪੈ ਜਾਂਦਾ ਵੀ ਮੇਰੇ ਕਰਕੇ ਵੀ ਤੁਹਾਡੀ ਨੌਕਰੀ ਚੱਲਦੀ ਆ, ਤੁਹਾਡੀ ਰੋਜੀ ਰੋਟੀ ਚੱਲਦੀ। ਪਰ ਮਹਾਰਾਜ ਕਹਿੰਦੇ ਭਾਈ ਇਹੋ ਜਿਹਾ ਭੁਲੇਖਾ ਜਿਹਾ ਕੱਢ ਦੇਣਾ ਚਾਹੀਦਾ। ਨਾ ਤੂੰ ਕਿਸੇ ਨੂੰ ਖਵਾਉਣਾ ਵਾ ਤੇ ਨਾ ਤੈਨੂੰ ਕੋਈ ਖਵਾਉਂਦਾ। ਸਾਰਿਆਂ ਨੂੰ ਖਵਾਉਣ ਵਾਲਾ, ਸਾਰਿਆਂ ਨੂੰ ਰੋਜੀ ਰੋਟੀ ਦੇਣ ਵਾਲਾ ਰਾਜਕ ਪਰਮੇਸ਼ਰ ਆ। ਤੂੰ ਰਾਜਕ ਨਹੀਂ, ਤੂੰ ਦਾਤਾ ਨਹੀਂ।
ਹਾਂ ਤੈਨੂੰ ਪਰਮੇਸ਼ਰ ਨੇ ਦਿੱਤਾ ਤੇ ਉਹਦੇ ਦਿੱਤੇ ਵਿੱਚੋਂ ਜੇ ਅੱਗੇ ਕੁਝ ਵੰਡ ਦੇਣਾ ਫਿਰ ਆਪਣੇ ਆਪ ਨੂੰ ਹੀ ਦਾਤਾ ਸਮਝ ਲੈਣਾ। ਮਹਾਰਾਜ ਕਹਿੰਦੇ ਫਿਰ ਤਾਂ ਬੇਸਮਝ ਮੂਰਖ ਬਣ ਜਾਣਾ। ਸੁਖਮਨੀ ਸਾਹਿਬ 'ਚ ਪੰਜਵੇਂ ਪਾਤਸ਼ਾਹ ਨੇ ਫਰਮਾਇਆ, ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਣੇਗਾ ਵਾਰ। ਜੇ ਕੋਈ ਆਪਣੇ ਆਪ ਦਾਤਾ ਬਣ ਕੇ ਬਹਿ ਜਾਵੇ ਨਾ, ਮਹਾਰਾਜ ਕਹਿੰਦੇ ਪਰਮੇਸ਼ਰ ਇਹਨੂੰ ਫਿਰ ਮੂਰਖ ਹੀ ਸਮਝਦਾ। ਦਾਨੀ ਸੱਜਣ, ਕਈਆਂ ਨੂੰ ਦਾਨੀ ਸੱਜਣ ਆਖਿਆ ਜਾਂਦਾ ਨਾ, ਉਹ ਆਪਣੇ ਆਪ ਨੂੰ ਕਹਾਉਂਦੇ ਵੀ ਆ। ਕਿਸੇ ਨੇ ਗੁਰੂ ਘਰੇ ਕੋਈ ਮਾਇਆ ਭੇਟ ਕਰ ਦਿੱਤੀ ਤੇ ਉਹਨੂੰ ਫਿਰ ਇਸ ਤਰ੍ਹਾਂ ਕਹਿੰਦਾ ਵੀ ਇਹ ਦਾਨੀ ਸੱਜਣ ਨੇ ਇੰਨਾ ਦਾਨ ਕੀਤਾ। ਅਸਲ ਵਿੱਚ ਗੁਰੂ ਘਰ ਵਾਸਤੇ ਤਾਂ ਇਹ ਅੱਖਰ ਨਹੀਂ ਵਰਤਣਾ ਚਾਹੀਦਾ। ਇੱਥੇ ਕੋਈ ਅਰਬਾਂ ਖਰਬਾਂ ਰੁਪਈਏ ਵੀ ਭੇਟਾ ਕਰੇ ਨਾ, ਉਹ ਇਸ ਦਰ ਦਾ ਭਿਖਾਰੀ ਸੱਜਣ ਹੀ ਰਹਿਣਾ, ਇਸ ਦਰ ਦਾ ਦਾਨੀ ਸੱਜਣ ਨਹੀਂ ਬਣ ਸਕਦਾ। ਕਦੀ ਇਹ ਵੀ ਹੋ ਸਕਦਾ ਵਾ ਵੀ ਕੋਈ ਗੁਰੂ ਨੂੰ ਦਾਨ ਕਰੇ। ਗੁਰੂ ਸਾਹਿਬ ਨੂੰ ਕੌਣ ਦਾਨ ਕਰ ਸਕਦਾ ਭਾਈ? ਗੁਰੂ ਸਾਹਿਬ ਦੇ ਕੋਲੋਂ ਤੇ ਸਾਡੀ ਸ੍ਰਿਸ਼ਟੀ ਮੰਗਦੀ ਆ। ਮਹਾਰਾਜ ਨੇ ਦੇ ਦਿੱਤੀ ਜੇ ਕਿਸੇ ਨੂੰ ਮਾਇਆ, ਤੇ ਉਹਦੇ ਵਿੱਚੋਂ ਜੇ ਕਿਸੇ ਨੇ ਦਸਵੰਧ ਕੱਢਿਆ ਜਾਂ 5-7 ਕਿੱਲੇ ਜ਼ਮੀਨ ਗੁਰੂ ਘਰ ਦੇ ਨਾਂ ਲਾ ਦਿੱਤੀ, ਜਾਂ ਇਸੇ ਤਰ੍ਹਾਂ ਕੋਈ ਅਰਬਾਂ ਖਰਬਾਂ ਰੁਪਈਏ ਇੱਥੇ ਲਿਆ ਕੇ ਭੇਟ ਕਰ ਦਿੱਤੇ, ਜੇ ਗੁਰੂ ਸਾਹਿਬ ਨੇ ਉਹਨੂੰ ਬਹੁਤੇ ਦਿੱਤੇ ਆ ਤੇ ਉਹਦੇ ਵਿੱਚ ਉਹਨੇ ਲਿਆ ਕੇ ਮਹਾਰਾਜ ਨੂੰ ਮਾਇਆ ਭੇਟ ਕੀਤੀ ਨਾ, ਉਹ ਭੇਟਾ ਹੀ ਗਿਣੀ ਜਾਂਦੀ ਹੈ। ਭਾਵੇਂ ਕੋਈ 1 ਰੁਪਈਆ, ਭਾਵੇਂ ਕੋਈ 1 ਟਕਾ ਭੇਟ ਕਰੇ, ਤੇ ਭਾਵੇਂ ਕੋਈ 1 ਕਰੋੜ ਇੱਥੇ ਲਿਆ ਕੇ ਭੇਟ ਕਰੇ, ਉਹ ਦਾਨੀ ਸੱਜਣ ਨਹੀਂ ਇਸ ਦਰ ਦਾ ਬਣਦਾ ਹੁੰਦਾ। ਉਹ ਇਸ ਦਰ ਦਾ ਤੇ ਭਿਖਾਰੀ ਰਹਿਣਾ ਉਹਨੇ। ਗੁਰੂ ਸਾਹਿਬ ਨੂੰ ਇਹ ਅੱਖਰ ਹੀ ਗਲਤ ਵਰਤਿਆ ਜਾਂਦਾ। ਭੇਟਾ ਕੇ ਜਾ ਸਕਦੀ ਹੈ ਵੀ ਇਹ ਗੁਰੂ ਕੇ ਪਿਆਰੇ ਸਿੱਖ ਨੇ, ਇਹਦੇ ਤੋਂ ਮਹਾਰਾਜ ਨੇ ਸੇਵਾ ਲਈ ਆ, ਤੇ ਇਹ ਸਿੱਖ ਨੇ ਆ ਮਾਇਆ ਮਹਾਰਾਜ ਸਾਹਿਬ ਜੀ ਦੇ ਦਿੱਤੇ ਵਿੱਚੋਂ ਗੁਰੂ ਸਾਹਿਬ ਜੀ ਦੀ ਇਹ ਸੇਵਾ ਦੇ ਵਿੱਚ ਭੇਟ ਕੀਤੀ ਆ। ਤੇ ਦਾਤਾ ਤੇ ਸਤਿਗੁਰੂ ਹੀ ਆ, ਦਾਨੀ ਤਾਂ ਦੂਜਾ ਬਣ ਨਹੀਂ ਸਕਦਾ ਸਤਿਗੁਰੂ ਜੀ ਤੋਂ ਬਿਨਾਂ। ਇਸ ਕਰਕੇ ਦਾਤੇ ਤਾਂ ਸਤਿਗੁਰੂ ਆ, ਦਾਤਾ ਤਾਂ ਪਰਮੇਸ਼ਰ ਆ। ਮਹਾਰਾਜ ਨੇ ਵਾਰ-ਵਾਰ ਆਖਿਆ ਕਿ ਭਾਈ ਗੁਰਬਾਣੀ ਨੂੰ ਪੜ੍ਹੋ ਵੀ, ਤੈਨੂੰ ਸਮਝੋ ਵੀ ਇਸ ਗੱਲ ਨੂੰ ਵੀ ਸਭਨਾ ਜੀਆਂ ਦਾ ਇੱਕ ਦਾਤਾ, ਇੱਕੋ ਹੀ ਦਾਤਾ ਹੈ, ਬਹੁਤੇ ਦਾਤੇ ਨਹੀਂ ਹਨ। ਇੱਥੇ ਗਰੀਬ ਨਵਾਜ ਸਾਹਿਬ ਫਰਮਾ ਰਹੇ, ਤੂੰ ਦਾਤਾ ਦਾਤਾਰ, ਇਹ ਪ੍ਰਭੂ ਤੂੰ ਦਾਤਾ ਦਾਤਾਰ, ਦਾਤਾ ਦੇਣ ਵਾਲਾ। ਤੂੰ ਦਾਤੇ ਵੀ ਜਿਹੜੇ ਸੰਸਾਰ ਵਿੱਚ ਪੈਦਾ ਕੀਤੇ, ਉਹਨਾਂ ਨੂੰ ਵੀ ਦਾਤਾ ਦੇਣ ਵਾਲਾ ਤੂੰ ਹੀ ਹੈ। ਜਿਵੇਂ ਬਚਨ ਆਉਂਦਾ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਇਹ ਪ੍ਰਭੂ ਤੇਰਾ ਦਿੱਤਾ ਹੀ ਖਾਵਣਾ ਹੈ। ਸਾਰਾ ਸੰਸਾਰ ਤੇਰੀਆਂ ਦਿੱਤੀਆਂ ਦਾਤਾਂ ਹੀ ਖਾਂਦਾ ਹੈ। ਤੂੰ ਸਭ ਤੋਂ ਵੱਡਾ ਦਾਤਾ ਹੈ। ਦੱਤਾ ਦਾਤਾ ਏਕ ਹੈ, ਸਭ ਤੋਂ ਦੇਵਨਹਾਰ। ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਤੇਰੇ ਭੰਡਾਰੇ ਵਿੱਚੋਂ ਕਦੀ ਕਮੀ ਨਹੀਂ ਆਉਂਦੀ, ਕਦੀ ਭੰਡਾਰਾ ਘਟਦਾ ਹੀ ਨਹੀਂ ਹੈ। ਮੁੱਕਣਾ ਤੇ ਕੀ, ਘਟਦਾ ਹੀ ਨਹੀਂ, ਹੋਣਾ ਹੀ ਨਹੀਂ ਹੁੰਦਾ ਭੰਡਾਰਾ। ਲੈਣ ਵਾਲੇ ਥੱਕ ਜਾਂਦੇ, ਲੈਣ ਵਾਲੇ ਮੁੱਕ ਜਾਂਦੇ, ਪਰ ਤੇਰਾ ਭੰਡਾਰਾ ਭਰਿਆ ਹੀ ਰਹਿੰਦਾ ਹੈ। ਜੁਗਾਂ ਤੋਂ ਲੈ ਕੇ ਜੀਵ ਖਾ ਰਹੇ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਪਰ ਭੰਡਾਰਾ ਜਿਉਂਦਾ ਤਿਉਂ ਹੀ ਹੈ। ਫਿਰ ਇੱਕ ਨੂੰ ਨਹੀਂ ਵੀ ਦੋਵਾਂ ਚੌਹਾਂ ਨੂੰ ਹੀ ਦਿੰਦਾ ਹੈ। 84 ਲੱਖ ਜੋਨੇ ਉਪਾਏ, ਰਿਜ਼ਕ ਦੀਆ ਸਭ ਹੋ ਕੋ ਦਾਤਾ। ਕੱਲਿਆਂ ਮਨੁੱਖਾਂ ਦਾ ਹੀ ਦਾਤਾ ਨਹੀਂ, 84 ਲੱਖ ਜੂਨਾਂ ਦਾ ਦਾਤਾ ਹੈ ਪਰਮੇਸ਼ਰ। ਜਹ ਦੇਖਾ ਤਹ ਏਕ ਤੂ, ਜਹ ਦੇਖਾ ਤਹ ਏਕ ਤੂ। ਜਿੱਥੇ ਵੇਖਦੇ ਆ ਉੱਥੋਂ ਇੱਕੋ ਇੱਕ ਹੈ ਪਰਮੇਸ਼ਰ ਵਾਹਿਗੁਰੂ। ਤੂੰ ਆਪ ਹੀ ਵਿਆਪਕ ਹੈ, ਸਾਰੇ ਥਾਵਾਂ ਦੇ ਅੰਤਰਗਤ ਆਪ ਵਿਆਪਕ ਹੋ ਰਹੇ ਹੋ। ਔਰ ਸਬਦੀ ਵਿਚਾਰ, ਪਰ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ ਹੈ, ਉਹਨਾਂ ਨੂੰ ਇਹ ਸਮਝ ਪ੍ਰਾਪਤ ਹੋਈ ਹੈ ਕਿ ਆਪ ਜੀ ਸਰਬ ਵਿਆਪਕ ਹੋ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਆਣ ਮੰਗਿਆ ਦਾਨ ਦੇਵਸੀ, ਮੰਗਣ ਤੋਂ ਬਿਨਾਂ ਹੀ ਅਣ ਮੰਗਿਆ ਦਾਨ ਹੀ ਆਪ ਦੇਵਸੀ ਦਿੰਦੇ ਹੋ। ਜੋ ਕੁਝ ਨਹੀਂ ਵੀ ਆਪ ਜੀ ਤੋਂ ਮੰਗਿਆ, ਉਹ ਦਾਨ ਵੀ ਆਪ ਜੀ ਨੇ ਦਿੱਤਾ ਹੈ। ਮਨੁੱਖਾ ਜਨਮ ਦਿੱਤਾ ਹੈ ਸਭ ਨੂੰ, ਉਹ ਪਰਮੇਸ਼ਰ ਨੇ ਕਿਰਪਾ ਕਰਕੇ ਦਿੱਤੀ ਹੈ ਨਾ। ਹੁਣ ਮਨੁੱਖਾ ਜਨਮ ਮੰਗ ਕੇ ਤਾਂ ਨਹੀਂ ਲਿਆ, ਉਹ ਵਾਹਿਗੁਰੂ ਨੇ ਤਰਸ ਕਰਕੇ ਦੇ ਦਿੱਤਾ, ਸਾਨੂੰ ਮਨੁੱਖ ਬਣਾ ਦਿੱਤਾ। ਇਸੇ ਤਰ੍ਹਾਂ ਬਹੁਤ ਕੋਈ ਵਾਹਿਗੁਰੂ ਪਰਮੇਸ਼ਰ ਨੇ ਸਵਾਸ ਦਿੱਤੇ ਆ, ਬਿਨਾਂ ਮੰਗੇ ਹੀ ਉਹਨੇ ਦਿੱਤੇ ਹੋਏ। ਹੋਰ ਕਿੰਨਾ ਕੁਝ ਜਿਹੜਾ ਅਸੀਂ ਨਹੀਂ ਮੰਗਿਆ,
ਉਹ ਕਿੰਨਾ ਕੁਝ ਬਿਨਾਂ ਮੰਗਣ ਤੋਂ ਦਿੱਤਾ ਪਰਮੇਸ਼ਰ ਵਾਹਿਗੁਰੂ ਜੀ ਨੇ। ਉਹ ਦੇ ਵੀ ਰਿਹਾ ਹੈ ਸਭ ਨੂੰ। ਅਣ ਮੰਗਿਆ ਦਾਨ ਦੇਵ ਸੀ, ਮੰਗਣ ਤੋਂ ਬਿਨਾਂ ਹੀ ਉਹ ਦਾਨ ਦੇ ਰਿਹਾ ਹੈ, ਕਿਉਂਕਿ ਉਹ ਸਭ ਤੋਂ ਵੱਡਾ ਪ੍ਰਬੰਧਕ ਹੈ, ਸਭ ਤੋਂ ਵੱਡਾ ਦਾਤਾ ਹੈ। ਉਹਨੂੰ ਪਤਾ ਕਿ ਇਹਨੂੰ ਕੀ ਕੀ ਚਾਹੀਦਾ ਹੈ। ਤੇ ਕਈ ਵਾਰੀ ਜੋ ਕੁਝ ਅਸੀਂ ਮੰਗਦੇ ਹਾਂ ਉਹ ਸਾਨੂੰ ਨਹੀਂ ਦਿੰਦਾ ਹੈ, ਉਹਦੇ ਵਿੱਚ ਵੀ ਸਾਡਾ ਭਲਾ ਹੁੰਦਾ ਹੈ। ਉਹ ਪਰਮੇਸ਼ਰ ਵਾਹਿਗੁਰੂ ਜਾਣਦਾ ਕਿ ਇੰਨੀ ਜੋਗਾ ਹੈ ਨਹੀਂ ਜੋ ਕੁਝ ਮੰਗੀ ਜਾਂਦਾ। ਪਹਿਲਾਂ ਤੂੰ ਇਹਦੇ ਜੋਗਾ ਬਣ ਜਾ, ਫਿਰ ਤੈਨੂੰ ਦੇਵਾਂਗੇ। ਜਿਵੇਂ ਛੋਟਾ ਜਿਹਾ ਬੱਚਾ ਹੈ ਨਾ, ਉਹ ਕਈ ਵਾਰੀ ਵੱਡੀਆਂ ਚੀਜ਼ਾਂ ਮੰਗ ਲੈਂਦਾ। ਨਿੱਕਾ ਜਿਹਾ ਬੱਚਾ ਉਹ ਤੇ ਅੱਗ ਵਿੱਚ ਹੱਥ ਪਾਉਣ ਨੂੰ ਵੀ, ਉਹ ਅੱਗ ਫੜਨ ਨੂੰ ਵੀ ਉਹ ਕਰਦਾ ਹੈ। ਮਾਤਾ ਰੋਕ ਕੇ ਰੱਖਦੀ ਹੈ ਕਿ ਨਹੀਂ, ਇਹ ਅੱਗ ਨੂੰ ਕਦੇ ਤੇਰਾ ਹੱਥ ਸੜ ਜਾਵੇਗਾ, ਪਰ ਉਹਨੂੰ ਪਤਾ ਨਹੀਂ। ਉਹਦੇ ਸਾਹਮਣੇ ਸੱਪ ਆ ਜਾਏ, ਉਹ ਸੱਪ ਨੂੰ ਵੀ ਫੜਨ ਲੱਗ ਪਵੇਗਾ। ਇਸੇ ਤਰ੍ਹਾਂ ਕਈ ਨੂੰ ਬਾਜ਼ਾਰ ਵਿੱਚ ਜਾ ਕਰਕੇ ਉਹ ਵੱਡੀਆਂ ਚੀਜ਼ਾਂ, ਉਹ ਕਹਿੰਦਾ ਵੀ ਆ ਮੈਨੂੰ ਮੋਟਰਸਾਈਕਲ ਲੈ ਦਿਓ, ਆ ਗੱਡੀ ਲੈ ਦਿਓ। ਉਹ ਕਹਿੰਦੇ ਹਾਲੇ ਤਾਂ ਤੂੰ ਛੋਟਾ ਜਿਹਾ ਵਾ, ਹਾਲੇ ਤੂੰ ਇਹ ਕੁਝ ਲੈਣ ਜੋਗਾ ਨਹੀਂ। ਇਸੇ ਤਰ੍ਹਾਂ ਜਿੰਨੀ ਕਿਸੇ ਦੀ ਸਮਰੱਥਾ ਹੈ, ਜਿੰਨੀ ਕਿਸੇ ਦੀ ਯੋਗਤਾ ਹੈ, ਉਹਨਾਂ ਕੁਝ ਉਹ ਪਰਮੇਸ਼ਰ ਦਿੰਦਾ ਹੈ। ਤੇ ਜਿਹਦੇ ਯੋਗ ਨਹੀਂ ਹੈ ਜੀਵ, ਉਹ ਨਹੀਂ ਵੀ ਦਿੰਦਾ, ਭਾਵੇਂ ਮੰਗੇ ਵੀ ਤਾਂ ਵੀ ਨਹੀਂ ਦਿੰਦਾ ਕਿ ਇਹਦੇ ਵਿੱਚ ਤਾਂ ਹੀ ਤੇਰਾ ਭਲਾ ਹੈ। ਤੇ ਜੋ ਕੁਝ ਅਸੀਂ ਨਹੀਂ ਵੀ ਮੰਗਦੇ ਉਹ ਕੁਝ ਵੀ ਦੇ ਦਿੰਦਾ ਹੈ। ਐਸਾ ਦਾਤਾ ਹੈ, ਉਹਨੂੰ ਸਾਰੀ ਸਮਝ ਹੈ, ਸਭ ਕੁਝ ਜਾਣਦਾ ਹੈ। ਮਹਾਰਾਜ ਕਹਿੰਦੇ ਹਨ ਮੰਗਿਆ ਦਾਨ ਦੇਵ ਸੀ, ਬਿਨਾਂ ਮੰਗਣ ਤੋਂ ਹੀ ਉਹ ਦਾਨ ਪਰਮੇਸ਼ਰ ਪਿੱਛੇ ਵੀ ਦਿੰਦਾ ਸੀ, ਹੁਣ ਵੀ ਦੇ ਰਿਹਾ, ਅੱਗੇ ਵੀ ਉਹਨੇ ਦਿੰਦੇ ਰਹਿਣਾ ਹੈ। ਵੱਡਾ ਅਗਮ ਅਪਾਰ, ਉਹ ਵੱਡਾ ਹੈ ਸਾਰਿਆਂ ਨਾਲ, ਅਗਮ ਹੈ ਜਿੱਥੋਂ ਤੀਕ ਮਨ ਦੀ ਪਹੁੰਚ ਨਹੀਂ, ਅਪਾਰ ਹੈ, ਉਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਹ ਬੇਅੰਤ ਹੀ ਬੇਅੰਤ ਹੈ, ਇਹ ਸਾਰੀਆਂ ਦਾਤਾਂ ਦੇਣ ਵਾਲਾ ਹੈ। ਮਹਾਰਾਜ ਕਹਿੰਦੇ ਭਾਈ ਸਾਨੂੰ ਚਾਹੀਦਾ ਕਿ ਉਸ ਪਰਮੇਸ਼ਰ ਦਾ ਸਿਮਰਨ ਕਰੀਏ, ਉਹਦੇ ਨਾਲ ਜੁੜੀਏ, ਬਾਕੀ ਸਾਰੀਆਂ ਬਖਸ਼ਿਸ਼ਾਂ ਨੇ ਆਪੇ ਹੀ ਕਰੀ ਜਾਣੀਆਂ। ਉਹ ਕਰੀ ਵੀ ਜਾ ਰਿਹਾ, ਸਭ ਕੁਝ ਆਪੇ ਹੀ ਦੇਈ ਜਾ ਰਿਹਾ। ਇਹ ਭਾਈ ਉਸ ਦੀ ਬੰਦਗੀ ਕਰਨੀ ਚਾਹੀਦੀ, ਉਹਦਾ ਸਿਮਰਨ ਕਰਨਾ ਚਾਹੀਦਾ। ਸਤਿਗੁਰੂ ਜੀ ਨੇ ਇਹ 34ਵੀਂ ਪੌੜੀ ਦੇ ਵਿੱਚ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਦੀ ਅਗਾਧ ਬੋਧ ਬਾਣੀ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਖੋ ਸੱਜਣੀ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਆਨੰਦ ਅਨੰਤਰ ਰਾਵ ਰਹਿਆ, ਗੁਰ ਸਬਦੀ ਵਿਚਾਰ। ਅਣ ਮੰਗਿਆ ਦਾਨ ਦੇਵ ਸੀ, ਵੱਡਾ ਅਗਮ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ। ਸਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਤ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰਿਓ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਗੁਣ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਣ ਲੋ ਸੰਤਹੁ। ਸ਼ਬਦ ਧਰੁ ਪਿਆਰੁ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ। ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।
ਭੋਰ ਪਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਕਹਿ ਸੁਖ ਹੋਆ ਤਿਤ ਘਾਰਿ ਅਨਹਦ ਵਾਜੇ ਅਨੰਦ ਸੁਣਿ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤ ਪਿਤਾ ਬਾਰਿਕ ਤੇਰੇ ਤੁਮਰੀ ਕਿਰਪਾ ਮਹਿਸੂਤ ਕਨੇਰੇ ਨ ਜਾਣੈ ਤੁਮਰਾ ਅੰਤ ਉਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਪਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ